And yes, go ahead. Thank you. Thank you.
बहुत अच्छा रंग पेश किया है। वेस्ट बंगाल में जाओ तो वहाँ के लोग बड़े पोलाइट, बड़े हम्बल, और इंडिया में जो गीत संगीत का जन्म हुआ है वो भी वेस्ट बंगाल से हुआ है। तो बहुत अच्छा रंग और बड़ा हृदय तल को बड़ा एक्टिव किया है। तो धन्यवाद है भाई साहब का। तो अब इस पे आज के कवि दरबार को शुरू करने का तो सबसे पहले ਸਾਰਿਆਂ ਦਾ ਸਵਾਗਤ ਹੈ ਔਰ ਸਾਰਿਆਂ ਜੀ ਆਇਆਂ ਨੂੰ ਵੈਲਕਮ। ਤੋ ਅੱਜ ਦੇ ਜਿਹੜੇ ਇਸ ਕਵੀ ਦਰਬਾਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਰੰਗ ਬਖੇਰਨੇ ਨੇ, ਤੋ ਮਨਮੋਹਨ ਗਰੇਵਾਲ ਜੀ ਸਾਲਟ ਲੇਕ ਤੋਂ ਨੇ ਔਰ ਪਿੱਛੋਂ ਜਨਮ ਉਹਨਾਂ ਦਾ ਅਕਾਲਗੜ੍ਹ ਪਿੰਡ ਦੇ ਵਿੱਚ, ਜ਼ਿਲ੍ਹਾ ਲੁਧਿਆਣਾ। BSc ਕੀਤੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਲੁਧਿਆਣਾ ਤੋਂ, ਤੇ ਉਸ ਤੋਂ ਬਾਅਦ ਵਿਦੇਸ਼ ਯਾਤਰਾ ਸ਼ੁਰੂ ਹੋਈ। ਲਾਇਬੇਰੀਆ ਕੁਛ ਦੇਰ ਰਹੇ, ਫਿਰ UK ਰਹੇ, ਫਿਰ USA ਸਾਲਟ ਲੇਕ ਸਿਟੀ ਦੇ ਵਿੱਚ ਹੁਣ ਆਪਣਾ ਬਿਜ਼ਨਸ ਕਰਕੇ ਔਰ ਆਪਣਾ ਪਰਿਵਾਰਕ ਜੀਵਨ ਬੜਾ ਸੁਖੀ ਬਤੀਤ ਕਰ ਰਹੇ ਨੇ। ਗੀਤ ਔਰ ਸੰਗੀਤ ਦਾ ਸ਼ੌਕ ਅਨੇਕਾਂ ਵੱਡੇ ਵੱਡੇ ਗਾਇਕਾਂ ਦੇ ਨਾਲ ਸਟੇਜ ਸਾਂਝੀ ਕੀਤੀ ਔਰ ਬੜੀ ਇੱਕ ਚੰਗਾ ਲੱਗਾ ਕਿ ਜਦੋਂ ਇਹ ਪਤਾ ਲੱਗਾ ਕਿ 500 ਆਨੰਦ ਕਾਰਜਾਂ ਦੇ ਵਿੱਚ ਜਿਹੜੀ ਕੀਰਤਨ ਦੀ ਸੇਵਾ ਸੀ ਉਹ ਨਿਭਾਈ। ਇੱਕ ਬੜਾ ਉਸ ਵੇਲੇ ਉਹ ਪਵਿੱਤਰ ਕਾਰਜ ਦੇ ਵਿੱਚ ਉਹ ਹਿੱਸਾ ਪਾਇਆ। ਤੇ ਸਰਦਾਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਤੋਂ ਪੰਜਾਬ ਰਤਨ ਦਾ ਅਵਾਰਡ ਮਿਲਿਆ, ਗੌਰਮੈਂਟ ਆਫ USA ਤੋਂ ਕਈ ਅਵਾਰਡ ਮਿਲੇ। ਔਰ ਇਹ ਜਿਹੜਾ ਕਵਿਤਾਵਾਂ ਲਿਖਣ ਦਾ ਸ਼ੌਂਕ ਹੈ ਔਰ ਦੇਸ਼ ਪ੍ਰੇਮ ਦੀਆਂ ਕਵਿਤਾਵਾਂ, ਸੋ ਅੱਜ ਉਹ ਆਪਣਾ ਰੰਗ ਬਖੇਰਨਗੇ। ਔਰ ਸਭ ਤੋਂ ਪਹਿਲਾਂ ਉਹ ਅੱਜ ਸਾਨੂੰ ਇੱਕ ਕੀਰਤਨ ਦੇ ਨਾਲ ਜੋੜਨਗੇ। ਸੋ ਉਸ ਤੋਂ ਪਹਿਲਾਂ ਕਿ ਆਪਣਾ ਕੀਰਤਨ ਦੀ ਸ਼ੁਰੂਆਤ ਕੀਤੀ ਜਾਵੇ, ਸਾਡੇ ਨਾਲ ਨੇ ਟੋਰਾਂਟੋ ਤੋਂ ਪਰਦੇਸੀ ਸਾਹਿਬ ਅਜਮੇਰ ਸਿੰਘ ਪਰਦੇਸੀ, ਜਿਨ੍ਹਾਂ ਨੂੰ ਕਿ ਇਹ ਅਦਬ ਦਾ ਸ਼ੌਂਕ ਹੈ ਔਰ ਉਹ ਪਿੱਛੋਂ ਲੁਧਿਆਣਾ ਜ਼ਿਲ੍ਹੇ ਤੋਂ। ਔਰ ਉਹ ਇਹ ਇਸ ਤਰ੍ਹਾਂ ਦੇ ਕਵੀ ਸੰਮੇਲਨ, ਇਸ ਤਰ੍ਹਾਂ ਦੇ ਕਵੀ ਦਰਬਾਰ ਟੋਰਾਂਟੋ ਦੇ ਏਰੀਏ 'ਚ ਉਹ ਬੜੇ ਮਸ਼ਹੂਰ ਨੇ। ਸੋ ਉਹ ਵੀ ਅੱਜ ਆਪਣਾ ਰੰਗ ਬਖੇਰਨਗੇ। ਔਰ ਰਟੌਲ ਸਾਹਿਬ ਦਾ ਇੰਤਜ਼ਾਰ ਹੋ ਰਿਹਾ, ਉਹ ਸ਼ਾਇਦ ਥੋੜ੍ਹੀ ਦੇਰ ਲੇਟ ਜੋੜਨਗੇ। ਸੋ ਇਹਨਾਂ ਸੱਜਣਾਂ ਦੇ ਨਾਲ ਅੱਜ ਅਸੀਂ ਆਪਣਾ ਇਸ ਕਵੀ ਦਰਬਾਰ ਨੂੰ ਅੱਗੇ ਲਿਜਾਵਾਂਗੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਗਰੇਵਾਲ ਜੀ ਨੂੰ ਕਿ ਉਹ ਆਪਣਾ ਸ਼ਬਦ ਗਾਇਨ ਕਰਕੇ ਸਾਨੂੰ ਆਪਣੇ ਆਪ ਨਾਲ ਜੋੜਨਗੇ। ਮਾਨਯੋਗ ਗਰੇਵਾਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸ਼ਾਰਟ ਨੋਟਿਸ ਤੇ ਦਾਸ ਨੂੰ ਹੁਕਮ ਹੋਇਆ ਕਿ ਸ਼ਬਦ ਕੀਰਤਨ ਨਾਲ ਸ਼ੁਰੂ ਕਰਨਾ। ਸੋ ਮੈਂ ਆਪਣੇ ਛੋਟੇ ਵੀਰ ਨੂੰ ਬੇਨਤੀ ਕੀਤੀ, ਚੌਧਰੀ ਅਨਾਬਿਲ ਜੀ ਨੂੰ, ਕਿਉਂਕਿ ਉਹਨਾਂ ਨੇ ਮੇਰੇ ਨਾਲ ਪਹਿਲਾਂ ਵਾਇਲਨ ਤੇ ਸਾਥ ਦਿੱਤਾ ਪਿਛਲੇ ਸਾਲ ਤੇ ਹੋਰ ਕਈ ਫੰਕਸ਼ਨਸ ਦੇ ਵਿੱਚ। ਉਹ IT ਇੰਜੀਨੀਅਰ ਨੇ ਪ੍ਰੋਫੈਸ਼ਨ 'ਚ, ਪਰ ਬਹੁਤ ਸੋਹਣੀ ਵਾਇਲਨ ਵਜਾਉਂਦੇ ਨੇ। ਜਿਸ ਤਰ੍ਹਾਂ ਤੁਸੀਂ ਉਹਨਾਂ ਦੇ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਵੇਲੇ ਉਹਨਾਂ ਦਾ ਮਾਸਟਰਪੀਸ ਸੁਣਿਆ। 30 32 35 ਸਾਲਾਂ ਦੀ ਉਹਨਾਂ ਦੀ ਮਿਹਨਤ ਹੈ। ਸੋ ਦਾਸ ਖੁਸ਼ਕਿਸਮਤ ਸਮਝਦਾ ਕਿ ਜਦੋਂ ਵੀ ਮੈਂ ਇਹਨਾਂ ਨੂੰ ਕੀਰਤਨ ਲਈ ਬੇਨਤੀ ਕੀਤੀ ਹੈ, ਭਾਵੇਂ ਕੁਛ ਮਿੰਟ ਪਹਿਲਾਂ ਹੀ ਦੱਸਿਆ ਹੋਵੇ, ਇਹ ਹਮੇਸ਼ਾ ਮੇਰਾ ਸਾਥ ਦੇਣ ਲਈ ਜੁੜ ਜਾਂਦੇ ਨੇ ਨਾਲ। ਆਓ ਜੀ ਸ਼ਬਦ ਪੜ੍ਹੀਏ ਗੁਰੂ ਗੋਬਿੰਦ ਸਿੰਘ ਜੀ ਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਜੇ ਹੋ ਸਕੇ ਤਾਂ ਨਾਲ ਬੋਲਿਓ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਰਾਜ ਨਾ ਚਾਹੂੰ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਨਿਜ ਪਿਆਰੇ ਨੂੰ
ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਮੁਰੀਦਾਂ ਦਾ ਕਹਿਣਾ ਆਦ ਮੁਰੀਦਾਂ ਦਾ ਕਹਿਣਾ ਲੋਗ ਰਜਾਈਆਂ ਦਾ ਓਡਣ ਨਾਗ ਪਾਸਾਂ ਦੇ ਉਸ ਲੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਨਾਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਆਦ ਮੁਰੀਦਾਂ ਦਾ ਕਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਣਾ ਬਿੰਗ ਕਸਾਈਆਂ ਦਾ ਸੈਣਾ ਓ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਓ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਪੱਠ ਖੇੜਿਆਂ ਦਾ ਰਹਿਣਾ ਓ ਮਿੱਤਰ ਪਿਆਰੇ ਨੂੰ ਆਦ ਮੁਰੀਦਾਂ ਦਾ ਕਹਿਣਾ ਓ ਮਿੱਤਰ ਪਿਆਰੇ ਨੂੰ ਆਦ ਮੁਰੀਦਾਂ ਦਾ ਕਹਿਣਾ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਡਣ
ਨਾਗ ਨਿਵਾਸਾਂ ਦੇ ਰਹਿਣਾ, ਨਾਗ ਨਿਵਾਸਾਂ ਦੇ ਰਹਿਣਾ, ਓ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਕਹਿਣਾ। ਮੁਰੀਦਾਂ ਦਾ ਕਹਿਣਾ, ਮੁਰੀਦਾਂ ਦਾ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਬਹੁਤ ਹੀ ਇੱਕ ਇਸ ਸੰਘਰਸ਼, ਕਿਸਾਨੀ ਸੰਘਰਸ਼, ਕਿਸਾਨੀ ਅੰਦੋਲਨ ਦੇ ਨਾਲ ਇੱਕ ਬਹੁਤ ਇੱਕ ਜੋਸ਼ ਔਰ ਹੋਸ਼ ਔਰ ਇੱਕ ਬੜੀ ਚੰਗੀ ਅਵਸਥਾ 'ਚ ਲਿਜਾਉਣ ਲਈ ਸਾਨੂੰ ਜੋੜਿਆ। ਗਰੇਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਅੱਗੇ ਜਾਣ ਤੋਂ ਪਹਿਲਾਂ ਜਿਹੜੇ ਸਾਡੇ ਕੋਲ ਰੂਹਾਂ ਵਿਛੜ ਗਈਆਂ ਨੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਉਹ ਸ਼ਰੀਕ ਹੋਏ, ਸ਼ਾਮਲ ਹੋਏ, ਔਰ ਉਹ ਸਾਰੇ ਜੋ ਵੀ ਸੱਜਣ ਬਜ਼ੁਰਗ ਵੀ ਗਏ, ਸਾਡੀਆਂ ਮਾਤਾਵਾਂ ਭੈਣਾਂ ਵੀ ਗਈਆਂ, ਬੱਚੇ ਨੌਜਵਾਨ ਵੀ ਗਏ। ਦੁੱਖ ਤਾਂ ਹੈ, ਲੇਕਿਨ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਏਗਾ। ਜਦ ਵੀ ਇਹ ਇਤਿਹਾਸ, ਇਹ ਸਿਲੇਬਸ ਲਿਖਿਆ ਜਾਏਗਾ ਤਾਂ ਉਹਨਾਂ ਦਾ ਨਾਂ ਲਿਖਿਆ ਜਾਏਗਾ, ਉਹਨਾਂ ਨੂੰ ਯਾਦ ਕੀਤਾ ਜਾਏਗਾ। ਸਾਰੇ ਪਰਿਵਾਰਾਂ ਨਾਲ ਸਾਡੀ ਸਾਰੇ ਪ੍ਰਵਾਸੀਆਂ ਦੀ ਹਮਦਰਦੀ ਹੈ, ਔਰ ਪ੍ਰਵਾਸੀ ਉਹਨਾਂ ਦਾ ਖਿਆਲ ਵੀ ਰੱਖਣਗੇ, ਰੱਖ ਵੀ ਰਹੇ ਨੇ, ਪਹੁੰਚ ਵੀ ਰਹੇ ਨੇ, ਉਹਨਾਂ ਦਾ ਖਿਆਲ ਰੱਖ ਰਹੇ ਨੇ। ਸੋ ਆਪਾਂ 1 ਮਿੰਟ ਲਈ ਮੌਨ ਰੱਖਾਂਗੇ, ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਹੋਏਗੀ। ਸੋ 1 ਮਿੰਟ ਦਾ ਮੌਨ ਉਹਨਾਂ ਵਿਛੜੀਆਂ ਰੂਹਾਂ ਲਈ। ਸਾਰਿਆਂ ਦਾ ਧੰਨਵਾਦ ਜੀ, ਔਰ ਆਪਾਂ ਉਹਨਾਂ ਨੂੰ ਯਾਦ ਕੀਤਾ। ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅਜਮੇਰ ਸਿੰਘ ਪਰਦੇਸੀ ਜੀ ਨੂੰ ਕਿ ਉਹ ਆਪਣਾ ਰੰਗ ਪੇਸ਼ ਕਰਨ, ਉਹ ਆਪਣੀ ਪੇਸ਼ਕਾਰੀ ਲੈ ਅੱਗੇ ਆਉਣਗੇ। ਪਰਦੇਸੀ ਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਤੁਹਾਡੇ ਇਸ ਉਪਰਾਲੇ ਵਾਸਤੇ ਤੁਹਾਨੂੰ ਸਜਦਾ ਕਰਦੇ ਹਾਂ ਜੀ, ਜਿਨ੍ਹਾਂ ਨੇ ਇਸ ਕਵੀ ਦਰਬਾਰ ਜਿਹੜਾ ਵਾ ਮੈਨੂੰ ਦੂਜੀ ਵਾਰ ਮੌਕਾ ਮਿਲਿਆ ਆਉਣ ਦਾ। ਔਰ ਤੂੰ ਸਾਹਿਬ ਥੋੜ੍ਹੀ ਜਿਹੀ ਕਰੈਕਸ਼ਨ ਕਰਦੇ ਹਾਂ, ਤੁਸੀਂ ਮੇਰਾ ਲੁਧਿਆਣਾ ਦੱਸਿਆ ਸੀ ਪਰ ਮੈਂ ਗੁਰਦਾਸਪੁਰ ਤੋਂ ਹਾਂ, ਠੀਕ ਹੈ ਜੀ। ਸੋ ਇਸ ਵਾਸਤੇ ਥੋੜ੍ਹਾ ਜਿਹਾ ਤੁਸੀਂ ਮੈਨੂੰ ਲੁਧਿਆਣੇ ਨਾਲ ਜੋੜ ਗਏ, ਇਹੀ ਗੱਲ ਕੋਈ ਨਹੀਂ ਹੈ, ਪਰ ਫਿਰ ਵੀ ਜਿਹੜੀ ਮੈਂ ਵੀ ਕਰੈਕਸ਼ਨ ਕਰਦਾ ਹਾਂਜੀ। ਅਤੇ ਮੈਂ ਕੋਸ਼ਿਸ਼ ਹਮੇਸ਼ਾ ਇਹੋ ਕਰਦਾ ਹੁੰਦਾ ਵੀ ਥੋੜ੍ਹਾ ਜਿਹਾ, ਜਿਸ ਤਰ੍ਹਾਂ ਹੁਣ ਗੱਲ ਚੱਲ ਰਹੀ ਹੈ ਕਿਸਾਨੀ ਸੰਘਰਸ਼ ਦੀ, ਵੀ ਸਰਕਾਰ ਦੇ ਵਿੱਚ ਅਤੇ ਕਿਸਾਨਾਂ ਦੇ ਵਿੱਚ ਕੀ ਸਵਾਲ ਚੱਲ ਰਹੇ ਨੇ। ਬਾਕੀ ਸੁਣ ਰਹੇ ਸਾਰੇ ਮੈਨੂੰ, ਕਿਉਂਕਿ ਇੱਥੇ ਫੋਟੋ ਨਹੀਂ ਆ ਰਹੀ ਕੋਈ ਵੀ ਨਾ ਮੇਰੇ 'ਤੇ, ਪਰ ਮੈਨੂੰ ਸੁਣ ਰਹੇ ਆ ਅਤੇ ਜੈਸ ਕਰ ਦਿਓ। ਹਾਂਜੀ, ਮੇਰੀ ਆਵਾਜ਼ ਆ ਰਹੀ ਜੀ? ਹੈਲੋ, ਹਾਂਜੀ ਭਾਜੀ, ਆ ਰਹੀ ਹੈ ਜੀ, ਆ ਰਹੀ ਹੈ। ਹਾਂ ਚਲੋ ਠੀਕ ਹੈ। ਅਤੇ ਮੈਂ ਸ਼ੁਰੂਆਤ ਕਰਾਂਗਾ ਥੋੜ੍ਹਾ ਜਿਹਾ ਖੁਸ਼ਗਵਾਰ ਮੂਡ ਦੇ ਵਿੱਚ, ਕਿਉਂਕਿ ਜ਼ਿੰਦਗੀ ਦੇ ਵਿੱਚ ਹੱਸਣਾ ਬੜਾ ਜ਼ਰੂਰੀ ਆ। ਅਤੇ ਉਸ ਤੋਂ ਬਾਅਦ ਫਿਰ ਮੈਂ ਕਵਿਤਾ ਸ਼ੁਰੂ ਕਰੂੰਗਾ। ਵੀ ਮੈਂ ਸ਼ੁਰੂ ਇੱਥੋਂ ਗੱਲ ਕਰਨ ਲੱਗਾ ਵੀ ਕਿਹਨੂੰ ਕੀ ਕਹਿੰਦੇ, ਹਾਂਜੀ ਠੀਕ ਹੈ ਨੀ। ਵੀ ਕਈ ਮਿਲਦੇ ਸ਼ਹਿਰਾਂ ਵਾਲੇ, ਕਈ ਮਿਲਦੇ ਪਿੰਡਾਂ ਵਾਲੇ, ਕਈ ਮਿਲਦੇ ਸ਼ਹਿਰਾਂ ਵਾਲੇ, ਕਈ ਮਿਲਦੇ ਪਿੰਡਾਂ ਵਾਲੇ, ਕਈਆਂ ਸਿਰ ਜੂੜਾ ਹੁੰਦਾ, ਕਈ ਹੁੰਦੇ ਟਿੰਡਾਂ ਵਾਲੇ, ਪੱਗ ਬੰਨ੍ਹਿਆ ਸਰਦਾਰ ਵਾਲਾਂ ਕੱਟਿਆਂ ਨੂੰ ਬਾਊ ਕਹਿੰਦੇ, ਮਾਲਵੇ 'ਚੋਂ ਬਾਈ ਜੀ, ਮਲਵਈਆਂ ਨੂੰ ਬਾਈ ਜੀ, ਅਤੇ ਮਾਝੇ ਵਾਲਿਆਂ ਨੂੰ ਭਾਊ ਕਹਿੰਦੇ। ਸੋ ਅਸੀਂ ਜਿਹੜੇ ਉਹ ਮਾਝੇ ਵਾਲੇ ਆ, ਸਾਨੂੰ ਭਾਊ ਲੋਕ ਕਹਿੰਦੇ ਨੇ। ਸੋ ਇਸ ਵਾਸਤੇ ਇੱਕ ਹੋਰ ਇਹਦੇ ਨਾਲ ਹੀ ਵੀ ਕਿਹਨੂੰ ਕੀ ਕਹਿੰਦੇ ਕੁਛ ਚਾਰ ਕੁ ਲਾਈਨਾਂ ਸੁਣਾ ਕੇ, ਅਤੇ ਫਿਰ ਮੈਂ ਤੁਹਾਨੂੰ ਇੱਕ ਜਿਹੜੀ ਸਵਾਲ ਜਵਾਬ ਜਿਹੜੇ ਕਿਸਾਨਾਂ ਦੇ ਨੇ
ਤੇ ਸਰਕਾਰ ਦੇ ਨੇ ਉਹ ਤੁਹਾਨੂੰ ਮੈਂ ਸਵਾਲ ਕਰੂੰ। ਉਹਦੇ ਤੇ ਮੈਂ ਕਮੇਟੀ ਦੇ ਵਿੱਚ ਥੋੜ੍ਹਾ ਜਿਹਾ ਲਿਖਿਆ ਸੀ, ਉਹਦੇ ਵਿੱਚ ਕੁਛ ਰਗੜੇ ਵੀ ਲਾਏ ਆ ਲੀਡਰਾਂ ਨੂੰ ਵੀ ਫਲਾਂ ਨੂੰ ਨਿਚੋੜ ਦਈਏ, ਫਲਾਂ ਨੂੰ ਨਿਚੋੜ ਦਈਏ, ਨਿਕਲੇ ਨੂੰ ਜੂਸ ਕਹਿੰਦੇ, ਸਬਜ਼ੀਆਂ ਉਬਾਲ ਪਾਣੀ ਬਚ ਗਏ ਨੂੰ ਸੂਪ ਕਹਿੰਦੇ, ਨਾ ਕੰਮ ਬਣੇ ਮੱਥੇ ਲੱਗੇ ਉਹਨੂੰ ਮਨਹੂਸ ਕਹਿੰਦੇ, ਤੇ ਖਰਚੇ ਨਾ ਕੋਲ ਹੋ ਕੇ ਉਹਨੂੰ ਨੇ ਕੰਜੂਸ ਕਹਿੰਦੇ। ਬੁਰੇ ਕੰਮ ਨਾਲ ਮੂੰਹ ਕਾਲਾ ਉਹਨੂੰ ਫਿਰ ਜਲੂਸ ਕਹਿੰਦੇ, ਕੁੜੀਆਂ ਨੂੰ ਛੇੜ ਸੇਵਾ ਉਹਨੂੰ ਫਿਰ ਜੂਤ ਕਹਿੰਦੇ, ਬਿਨਾਂ ਬੀਜੇ ਉੱਗ ਪੈਂਦੇ ਉਹਨੂੰ ਘਾਹ ਫੂਸ ਕਹਿੰਦੇ, ਪਸ਼ੂਆਂ ਦਾ ਵਿਗੀ ਜਾਵੇ ਉਹਨੂੰ ਗਊ ਮੂਤ ਕਹਿੰਦੇ। ਅੰਗਰੇਜ਼ੀ ਵਿੱਚ ਕਿਸ ਤੇ ਪੰਜਾਬੀ ਵਿੱਚ ਪੱਪੀ ਕਹਿੰਦੇ, ਤੇ ਤੁਸੀਂ ਦੱਸ ਦਿਓ ਕਿਹਨੂੰ ਲੋਕ ਗੱਪੀ ਕਹਿੰਦੇ। ਕਾਰ ਬੱਸ ਬੁੱਕ ਕੀਤੀ ਉਹਨੂੰ ਸਭ ਸਾਲਮ ਕਹਿੰਦੇ, ਕਾਰ ਬੱਸ ਬੁੱਕ ਕੀਤੀ ਉਹਨੂੰ ਸਭ ਸਾਲਮ ਕਹਿੰਦੇ, ਤੇ ਕੈਪਟਨ ਦੀ ਫਰੈਂਡ ਨੂੰ ਲੋਕ ਰੂਸਾ ਆਲਮ ਕਹਿੰਦੇ। ਉਹ ਬੰਦਾ ਜਿਹਦੇ ਕੋਲੋਂ ਡਰੇ, ਬੰਦਾ ਜਿਹਦੇ ਕੋਲੋਂ ਡਰੇ ਉਹਨੂੰ ਸਭ ਬੀਵੀ ਕਹਿੰਦੇ, ਤੇ ਬੀਵੀ ਜਿਹਨੂੰ ਪਿਆਰ ਕਰੇ ਉਹਨੂੰ ਸਭ ਟੀਵੀ ਕਹਿੰਦੇ। ਤੇ ਸਿੱਧੀਆਂ ਜੋ ਗੱਲਾਂ ਕਰੇ ਉਹਨੂੰ ਸਭ ਦੇਸੀ ਕਹਿੰਦੇ, ਤੇ ਸਿੱਧੀਆਂ ਸੁਣਾਈ ਜਾਵੇ ਤੇ ਉਹਨੂੰ ਪਰਦੇਸੀ ਕਹਿੰਦੇ, ਸਿੱਧੀਆਂ ਸੁਣਾਈ ਜਾਵੇ ਤੇ ਉਹਨੂੰ ਪਰਦੇਸੀ ਕਹਿੰਦੇ। ਤੇ ਵੀਰ ਜੀ ਮੈਂ ਹੁਣ ਇੱਕ ਜਿਹੜਾ ਸਰਕਾਰਾਂ ਦਾ ਤੇ ਜਿਹੜਾ ਕਿਸਾਨਾਂ ਦਾ ਉਹ ਮੈਂ ਤੁਹਾਨੂੰ ਥੋੜ੍ਹੀ ਕਵਿਤਾ ਦੇ ਰੂਪ ਦੇ ਵਿੱਚ ਮੈਂ ਸੁਣਾਉਣ ਕੋਸ਼ਿਸ਼ ਕਰਾਂਗਾ। ਮੈਂ ਹੌਲੀ ਹੌਲੀ ਤੁਹਾਨੂੰ ਸੁਣਾਵਾਂ। ਸਰਕਾਰ ਤੇ ਕਿਸਾਨਾਂ ਵਿੱਚ ਕੀ ਸਵਾਲ ਲਿਖਣ ਮੈਂ ਲੱਗਾ ਜਦੋਂ ਆ ਗਿਆ ਖਿਆਲ, ਕਿਸਾਨ ਵਿਰੋਧੀ ਬਿੱਲ ਕਰ ਤੇ ਸੀ ਪਾਸ, ਦੇਸ਼ ਦਾ ਕਿਸਾਨ ਕਿਰਤੀ ਹੋ ਗਿਆ ਨਿਰਾਸ਼, ਇਹਨਾਂ ਬਿੱਲਾਂ ਉੱਤੇ ਨਾ ਹੋਈ ਕੋਈ ਬਹਿਸ, ਭਾਜਪਾ ਨੇ ਸਿਸਟਮ ਸਾਰਾ ਕੀਤਾ ਤੈਸ ਨੈਸ, ਕਿਸਾਨਾਂ ਨੇ ਹੈ ਫੇੜ ਖੜਾ ਕਰਤਾ ਅੰਦੋਲਨ, ਝੂਠ ਦਾ ਸੰਗਾਸਨ ਫੇਰ ਲੱਗ ਪਿਆ ਡੋਲਣ, ਸਰਕਾਰ ਕਹਿੰਦੀ ਏ ਤਾਂ ਨਕਲੀ ਕਿਸਾਨ, ਅਸਲੀ ਕਿਸਾਨ ਦੀ ਕਰਾਹੋ ਵੀ ਪਛਾਣ, ਹਮੇਸ਼ਾ ਵਾਂਗ ਮੋਦੀ ਦੇ ਵਿੱਚ ਉੱਠੀਆਂ ਦਲੀਲਾਂ, ਇਸ ਵਾਰ ਕੰਮ ਨਾ ਹੋ ਆਈਆਂ ਕੋਈ ਅਪੀਲ, ਸਰਕਾਰ ਕਹਿੰਦੀ ਸਾਡੇ ਉੱਤੇ, ਸਰਕਾਰ ਕਹਿੰਦੀ ਤੁਹਾਡੇ ਲਈ ਨੇ ਬੜੇ ਲਾਹੇਵੰਦ, ਕਿਸਾਨ ਕਹਿੰਦੇ ਸਾਨੂੰ ਇਹ ਤਰਤਾ ਨਾ ਪਸੰਦ, ਮੋਦੀ ਕਹਿੰਦਾ ਆਮਦਨ ਕਰ ਦੂੰਗਾ ਦੁਗਣੀ, ਅਡਾਨੀਆਂ ਨਾ ਸਾਂਝ ਤੇਰੀ ਸਾਨੂੰ ਨਹੀਂ ਪੁੱਗਣੀ, ਮੋਦੀ ਕਹਿੰਦਾ ਮੇਰੇ ਉੱਤੇ ਕਰ ਲੋ ਯਕੀਨ, ਯਕੀਨ ਕਰਕੇ ਤੇਰੇ ਤੇ ਗਵਾਉਣੀ ਨਹੀਂ ਜ਼ਮੀਨ, ਕਾਨੂੰਨਾਂ ਦੀ ਸਰਕਾਰ ਕਹਿੰਦੇ ਤੁਹਾਨੂੰ ਨਾ ਕੋਈ ਸਮਝ, ਕਿਸਾਨ ਕਹਿੰਦੇ ਸਮਝ ਕੇ ਤੁਹਾਡੀ ਕੀ ਰਮਝ, ਮੋਦੀ ਕਹਿੰਦਾ ਮੈਂ ਤੇ ਕਰੂ ਮਨ ਕੀ ਹੈ ਬਾਤ, ਦਿਖਾਵਾਂਗੇ ਕਿਸਾਨ ਕਹਿੰਦੇ ਤੇਰੀ ਕੀ ਔਕਾਤ, ਬੀਜੇਪੀ ਨੇ ਨਫ਼ਰਤ ਦੀ ਕੀਤੀ ਬੜੀ ਸ਼ੂਟਿੰਗ, ਗੋਦੀ ਮੀਡੀਏ ਨੇ ਪਿੱਛੋਂ ਕੀਤੀ ਬੜੀ ਹੂਟਿੰਗ, ਪੰਜਾਬੀਆਂ ਨੂੰ ਕਹਿਣ ਲੱਗ ਪਏ ਨੇ ਅੱਤਵਾਦੀ, ਅੱਗੇ ਹੋ ਕੇ ਜਿਨ੍ਹਾਂ ਨੇ ਉਹ ਲਈ ਸੀ ਆਜ਼ਾਦੀ, ਸੇਵਾ ਲਈ ਮਸ਼ਹੂਰ ਆ ਵੀ ਸਿੰਘ ਖਾਲਸਾ ਜੋ ਏਡ, ਅੱਤਵਾਦੀ ਦੱਸੇ ਜੀ ਨਿਊਜ਼ ਵਾਲੀ ਭੇਡ, ਖਾਲਸਾ ਏਡ ਨੇ ਖੋਲਤਾ ਕਿਸਾਨਾਂ ਲਈ ਮਾਲ, ਸਰਕਾਰ ਵੇਖ ਕੇ ਫਿਰ ਹੋ ਗਈ ਬੇਹਾਲ, ਗੋਦੀ ਮੀਡੀਆ ਹੈ ਪੁੱਛੇ ਕਿੱਥੋਂ ਆਉਂਦਾ ਹੈਗਾ ਫੰਡ, ਸਿਧਾਂਤ ਬਾਬੇ ਨਾਨਕ ਦਾ ਛਕਣਾ ਹੈ ਵੰਡ, ਸਭ ਧਰਮਾਂ ਦੇ ਲੋਕ ਇੱਥੇ ਕਰ ਰਹੇ ਨੇ ਸੇਵਾ, ਵੰਡ ਰਹੇ ਨੇ ਕਾਜੂ ਬਦਾਮ ਪਿਸਤਾ ਮੇਵਾ, ਧਰਮਾਂ ਦੇ ਨਾਤੇ ਨਾ ਕੋਈ ਦਿਸੇ ਵੱਖਰੇਵਾ, ਠੰਡ ਵਿੱਚ ਵੀ ਨਾ ਥਕੇਵਾ ਨਾ ਕੁਕੇਵਾ, ਦਿੱਲੀ ਬਾਰਡਰ ਤੇ ਨਵਾਂ ਵਸ ਗਿਆ ਸ਼ਹਿਰ, ਸਰਕਾਰਾਂ ਨੇ ਭਾਵੇਂ ਵਰਤਾਇਆ ਬੜਾ ਕਹਿਰ, ਸਰਕਾਰ ਕਹਿੰਦੀ ਬਿੱਲਾਂ ਚ ਕਰਾ ਲਓ ਸੋਧ, ਰੱਦ ਕੀਤਿਆਂ ਹੀ ਸਾਡਾ ਖਤਮ ਹੋ ਵਿਰੋਧ, ਬੀਜੇਪੀ ਨੇ ਮਾੜੀ ਬੜੀ, ਬੀਜੇਪੀ ਦੀ ਮਾੜੀ ਬਹੁਤ ਹੋ ਗਈ ਇਹ ਹਾਲਤ, ਬੀਜੇਪੀ ਦੀ ਮਾੜੀ ਬੋੜੀ ਹੋ ਗਈ ਜੀ ਇਹ ਹਾਲਤ, ਸ਼ਾਮਲ ਕਰ ਲਏ ਹੀ ਸਰਵਉੱਚ ਅਦਾਲਤ, ਅਦਾਲਤ ਵੀ ਬੋਲੇ ਸਰਕਾਰ ਦੀ ਹੀ ਬੋਲੀ, ਬਣ ਕੇ ਹੈ ਰਹਿ ਗਈ ਏ ਬੀਜੇਪੀ ਦੀ ਗੋਲੀ, ਕਿਸਾਨ ਆਗੂ ਬਹੁਤ ਹੀ ਦੂਰ ਅੰਦੇਸੀ, ਇਹੋ ਜੀ ਸਫਲ ਮੁਹਿੰਮ ਪਹਿਲੋਂ ਨਾ ਕੋਈ ਵੇਖੀ, ਦੇਸ਼ ਦਾ ਭਵਿੱਖ ਤੈਅ ਕਰੂ ਇਹ ਅੰਦੋਲਨ, ਹਰ ਦੇਸ਼ ਵਾਸੀ ਹੋਣ ਲੱਗ ਪਏ ਆ ਬੋਲਣ, ਪੰਜਾਬੀਆਂ ਨੇ ਜੰਗ ਕਦੀ ਕੋਈ ਵੀ ਨਾ ਹਾਰੀ, ਪਰਦੇਸੀ ਦਾ ਵੀ ਲਿਖਣਾ ਉਹ ਲਗਾਤਾਰ ਜਾਰੀ, ਪੰਜਾਬੀਆਂ ਨੇ ਜੰਗ ਕਦੀ ਕੋਈ ਵੀ ਨਾ ਹਾਰੀ, ਪਰਦੇਸੀ ਦਾ ਵੀ ਲਿਖਣਾ ਉਹ ਲਗਾਤਾਰ ਜਾਰੀ। ਹੈਲੋ ਹਾਂਜੀ 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 ਤੁਹਾਡੇ ਪਰਦੇਸੀ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ। ਮੇਰੀ ਆਵਾਜ਼ ਨਹੀਂ ਆਈ ਹੁਣ ਅੱਛਾ ਮੈਂ ਤੇ ਹੁਣ ਆ ਰਹੀ ਫਿਰ ਅੱਛਾ ਉਦੋਂ ਦੀ ਆਈ ਨਹੀਂ ਆਵਾਜ਼? ਨਹੀਂ ਪੂਰਾ ਸੁਣਿਆ, ਹੁਣ ਬੰਦ ਹੋਈ ਹੈ ਥੋੜੇ ਸਕਿੰਟ ਪਹਿਲਾਂ। ਅੱਛਾ ਠੀਕ ਹੈ ਉਹ ਮੇਰੇ ਖਿਆਲ ਲਾਸਟ ਚਲੋ ਤੇ ਮਤਲਬ ਤੁਸੀਂ ਸੁਣ ਲਿਆ ਨਾ? ਹਾਂਜੀ ਹਾਂ ਪੂਰਾ। ਤੇ हाँ चलो जी, ये सी जी मेरे एक अच्छा लगा, और अभी मेरा थोड़ा काम है तो इसलिए मैं लॉग आउट कर रहा हूँ, फिर मिलेंगे।
थैंक यू। थैंक यू Okay. चौधरी। नमस्ते। बहुत बहुत धन्यवाद जी आपका, बहुत बहुत धन्यवाद। थैंक यू। ਹਾਂਜੀ ਤੇ ਤੂੰ ਸਾਹਿਬ ਮੈਂ ਕਿਹਾ ਵੀ ਇਹ ਜਿੱਦਾਂ ਦੇ ਵਿੱਚ ਰੁਕਦੀ ਆ ਵੀਡੀਓ, ਪਤਾ ਨਹੀਂ ਕਿਉਂ ਰੁਕਦੀ, ਮੇਰੇ ਵੱਲੋਂ ਕੋਈ ਰੁਕ ਰਹੀ ਹੈ ਜਾਂ ਤੁਹਾਡੇ ਵੱਲੋਂ ਕੋਈ ਫਾਲਟ ਆ ਰਿਹਾ ਪਤਾ ਨਹੀਂ, ਪਰ ਇਹ ਸਵਾਲ ਜਵਾਬ ਜਿਹੜੇ ਸੀ ਵੀ ਕਿਸਾਨ ਕੀ ਕਹਿੰਦੇ ਨੇ, ਸਰਕਾਰ ਕੀ ਕਹਿੰਦੀ ਹੈ, ਸੋ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਸਰਕਾਰ ਕਹਿੰਦੀ ਉਹਨਾਂ ਦਾ ਮੈਂ ਇਹ ਜਵਾਬ ਲਿਖਣ ਦਾ ਕੋਸ਼ਿਸ਼ ਕੀਤੀ ਹੈ। ਤੇ ਹੋ ਸਕਦਾ ਵਾ ਵੀ ਕੁਛ ਰਹਿ ਗਏ ਹੋਣ ਜਾਂ ਸਹੀ ਗੱਲ ਨਾ ਬਣੀ ਹੋ, ਸੋ ਤੁਸੀਂ ਸਾਰੇ ਜਾਣਕਾਰ ਲੋਕ ਜੇ, ਤੇ ਜੇ ਕੋਈ ਗਲਤੀ ਕਿਤੇ ਰਹਿ ਗਈ ਹੋਵੇ ਤੇ ਬੋਲਣ ਦੇ ਵਿੱਚ, ਲਿਖਣ ਦੇ ਵਿੱਚ, ਸ਼ਬਦਾਂ 'ਚ ਤਾਂ ਜ਼ਰੂਰ ਉਹਦੇ ਬਾਰੇ ਦੱਸ ਦਿਆ ਕਰੋ, ਕੋਈ ਗੱਲ ਨਹੀਂ, ਕਿਉਂਕਿ ਮੇਰਾ ਸੁਭਾਅ ਆ ਵੀ ਸਿੱਖਣਾ ਹਮੇਸ਼ਾ, ਵੀ ਸਿੱਖਦੇ ਰਹਾਂਗੇ ਤੇ ਸਿੱਖ ਜਾਵਾਂਗੇ, ਤੇ ਜੇ ਸਿੱਖ ਗਏ ਤੇ ਫਿਰ ਗਏ। ਹਾਂਜੀ ਨਹੀਂ, ਬਹੁਤ ਸੋਹਣਾ ਰੰਗ ਤੁਸੀਂ ਪੇਸ਼ ਕੀਤਾ, ਇੱਕ ਨਵਾਂ ਰੰਗ ਹੈ, ਲਕੀਰ ਤੋਂ ਹਟ ਕੇ ਇੱਕ ਹਲਕੀ ਫੁਲਕੀ ਜਿਹੜੀ ਤੁਸੀਂ ਪੇਸ਼ਕਾਰੀ ਕੀਤੀ ਆ। ਤੇ ਹੁਣ ਤੁਹਾਨੂੰ ਅਗਲੇ ਰਾਊਂਡ ਦੇ ਵਿੱਚ ਫਿਰ ਸਮਾਂ ਦਿਆਂਗੇ, ਤਾਂ ਮੈਂ ਬੇਨਤੀ ਕਰਦਾ ਗਰੇਵਾਲ ਸਾਹਿਬ ਨੂੰ ਕਿ ਉਹ ਆਪਣਾ ਅਗਲਾ ਰੰਗ, ਕਿਉਂਕਿ ਸਾਡੇ ਨੌਜਵਾਨ ਜਿਸ ਤਰ੍ਹਾਂ ਉੱਥੇ ਸਰਗਰਮ ਹੋਏ ਨੇ, ਔਰ ਉਹਨਾਂ ਨੌਜਵਾਨਾਂ ਤੇ ਹੁਣ ਜਿਹੜੀਆਂ ਆਸਾਂ ਨੇ ਸਾਡੇ ਵਤਨ ਦੀਆਂ, ਉਹਨਾਂ ਬਾਰੇ ਕੁਛ ਆਪਣੇ ਪਿਆਰ ਭਰੇ ਸ਼ਬਦ ਗਰੇਵਾਲ ਸਾਹਿਬ ਜੀ ਨੂੰ ਬੇਨਤੀ ਹੈ। ਮੈਂ ਪਿਛਲੇ ਕੋਈ 40 ਸਾਲ ਤੋਂ ਇੱਕ ਗੀਤ ਗਾਇਆ ਜੀ, ਓਰੀਜਨਲ। ਇਹ ਮੇਰੀ ਆਪਣੀ ਰਚਨਾ ਨਹੀਂ ਹੈ, ਤੇ ਆਪਾਂ ਨੂੰ ਸਾਰਿਆਂ ਨੂੰ ਇਸ ਗੀਤ ਬਾਰੇ ਪਤਾ ਵੀ ਹੈ। ਬੜੇ ਸਾਰੇ ਸਿੰਗਰਸ ਨੇ ਗਾਇਆ ਇਹਨੂੰ। ਪਹਿਲਾਂ ਮੁਹੰਮਦ ਰਫੀ ਜੀ ਦਾ ਓਰੀਜਨਲ ਸੀਗਾ, ਤੇ ਮਹਿੰਦਰ ਕਪੂਰ ਜੀ ਨੇ ਵੀ, ਤੇ ਬਾਅਦ ਗੁਰਦਾਸ ਮਾਨ ਜੀ ਨੇ ਵੀ, ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਬਾਅਦ 'ਚ ਹਰਭਜਨ ਮਾਨ ਨੇ ਵੀ, ਤੇ ਹੋਰ ਨਵੇਂ ਆਰਟਿਸਟਾਂ ਨੇ ਲੇਟਲੀ ਗਾਇਆ। ਪਰ ਮੈਂ ਇਹਨੂੰ ਪਿਛਲੇ ਤਕਰੀਬਨ 40 ਸਾਲਾਂ ਤੋਂ ਗਾਉਂਦਾ ਆ ਰਿਹਾ ਜੀ, 80 ਤੋਂ ਲੈ ਕੇ। ਸੋ ਉਹ ਗੀਤ ਹਾਜ਼ਰ ਹੈ ਜੀ। ਪਹਿਲਾਂ ਨੌਜਵਾਨਾਂ ਵਾਲਾ ਗੀਤ ਮੈਂ ਅਗਲੇ ਦੌਰ 'ਚ ਪੇਸ਼ ਕਰਦਾ। ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ, ਪਗੜੀ ਸੰਭਾਲ ਜੱਟਾ। ਰੱਬ ਤੇਰੀ ਮਿਹਨਤਾਂ ਤੇ ਹੋ ਗਿਆ ਦਇਆਲ ਹੋਏ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ, ਪਗੜੀ ਸੰਭਾਲ ਜੱਟਾ। ਬੋਤਲਾਂ 'ਚ ਡੋਬੀਏ ਤੂੰ ਆਪਣੀ ਜਵਾਨੀ ਹੋਏ, ਲੱਖਾਂ ਦੀ ਇੱਜ਼ਤ ਤੇਰੀ ਐਵੇਂ ਚਲੀ ਜਾਣੀ ਹੋਏ। ਹੋਸ਼ ਕਰ ਜ਼ਿੰਦਗੀ ਨਹੀਂ ਬਾਰ ਬਾਰ ਆਉਣੀ ਹੋਏ, ਬੋਤਲਾਂ ਨੇ ਕੀਤੇ ਲੱਖਾਂ ਵਾਲੇ ਵੀ ਕੰਗਾਲ ਹੋਏ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ, ਪਗੜੀ ਸੰਭਾਲ ਜੱਟਾ। ਤੇਰੇ ਪਿੱਛੇ ਪਿੱਛੇ ਬਦਨਾਮੀਆਂ ਲੱਗੀਆਂ, ਆਪਣਿਆਂ ਤੇਰੇ ਨਾਲ ਕੀਤੀਆਂ ਨੇ ਠੱਗੀਆਂ। ਅੱਜ ਤੇਰੇ ਮੱਥੇ ਉੱਤੇ ਕਾਲ ਖਾਨ ਲੱਗੀਆਂ, ਉਹ ਲੋਕਾਂ ਦੀ ਜ਼ਬਾਨ ਦਾ ਤੂੰ, ਲੋਕਾਂ ਦੀ ਜ਼ਬਾਨ ਦਾ ਤੂੰ ਕਰ ਲੈ ਖਿਆਲ ਹੋਏ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ, ਪਗੜੀ ਸੰਭਾਲ ਜੱਟਾ। ਤੇਰੇ ਸਿਰ ਉੱਤੇ ਸੋਹਣੀ ਇੱਜ਼ਤਾਂ ਦੀ ਪੱਗ ਹੋਏ,
ਇੱਕ ਪਾਸੇ ਤੂੰ ਏ ਕੱਲਾ, ਇੱਕ ਪਾਸੇ ਜੱਗ ਓਏ, ਕਦਮਾਂ ਨੂੰ ਮੋੜ ਲੈ ਤੂੰ, ਆਖੇ ਮੇਰੇ ਲੱਗ ਓਏ। ਵੇਖ ਤੇਰੀ ਜ਼ਿੰਦਗੀ ਤੇ ਵੇਖ ਤੇਰੀ ਜ਼ਿੰਦਗੀ ਤੇ ਮੌਤ ਦਾ ਸਵਾਲ ਓਏ। ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ। ਬਹੁਤ ਅੱਛੇ, ਬਹੁਤ ਅੱਛੇ। ਇਹ ਜਿਹੜੀ ਲਹਿਰ ਚੱਲੀ ਸੀ 1906 ਚ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸ਼ਹੀਦ ਅਜੀਤ ਸਿੰਘ ਨੇ ਸ਼ੁਰੂ ਕੀਤੀ ਸੀ 6 ਚ, ਔਰ 1907 ਚ ਲਹਿਰ ਚੱਲ ਪਈ ਸੀ ਪਗੜੀ ਸੰਭਾਲ ਜੱਟਾ। ਇਹ ਕੇਵਲ ਜੱਟ ਬਰਾਦਰੀ ਨਾਲ ਸੀ, ਇਹ ਪੂਰੇ ਕਿਸਾਨੀ ਨਾਲ ਔਰ ਪੂਰੇ ਮਜ਼ਦੂਰਾਂ ਨਾਲ ਉਸ ਵੇਲੇ ਇਹ ਇੱਕ ਲਹਿਰ ਚਲਾਈ ਗਈ ਸੀ ਕਿ ਅਵੇਅਰਨੈਸ ਹੋਵੇ, ਤੁਹਾਡੇ ਹੱਕ, ਤੁਹਾਡੇ ਹਕੂਕ, ਔਰ ਇੱਕ ਜਾਗਰੂਕਤਾ ਪੈਦਾ ਕੀਤੀ ਸੀ। ਔਰ ਇਹੀ ਗੱਲ ਅੱਗੇ ਜਾ ਕੇ ਸ਼ਹੀਦ ਭਗਤ ਸਿੰਘ ਜੀ ਨੇ ਕਹੀ ਸੀ। ਔਰ ਜਿਸ ਵੇਲੇ ਫਾਂਸੀ ਲੱਗਣ ਤੋਂ ਪਹਿਲਾਂ ਉਹਨਾਂ ਦੇ ਬ੍ਰਦਰ ਜਿਹੜੇ ਸੀ ਉਹ ਉਹਨਾਂ ਨੂੰ ਮਿਲਣ ਗਏ ਇੱਕ ਹਫ਼ਤਾ ਪਹਿਲਾਂ, ਤਾਂ ਉਹਨਾਂ ਦੇ ਹੱਥ 'ਚ ਲੈਨਨ ਦੀ ਕਿਤਾਬ ਸੀ ਔਰ ਉਹਨਾਂ ਨੇ ਸਾਰੀ ਗੱਲ ਦੱਸੀ ਕਿ ਇਹ ਭਾਈ ਸਾਹਿਬ ਆਜ਼ਾਦੀ ਮਿਲਣ ਨੂੰ ਅਜੇ ਦਹਾਕੇ ਤੋਂ ਬਾਅਦ ਸਮਾਂ ਲੱਗੇਗਾ, 10 ਸਾਲ 12 ਸਾਲ ਵੀ ਲੱਗ ਸਕਦੇ ਆ, ਪਰ ਜਿਹੜੀ ਆਜ਼ਾਦੀ ਮਿਲੂਗੀ ਇੱਕ ਗੱਲ ਖਿਆਲ ਰੱਖਣ ਕਿ ਲੋਕ ਜਾਗਦੇ ਰਹਿਣ, ਲੋਕ ਜਾਗਰੂਕ ਰਹਿਣ, ਨਹੀਂ ਤਾਂ ਲੀਡਰ ਹਾਵੀਆ ਹੋ ਜਾਣਗੇ। ਡੈਮੋਕ੍ਰੇਸੀ 'ਚ ਇਹੀ ਜੋ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਗੱਲ ਕਹੀ ਸੀ ਉਹ ਅੱਜ ਇੰਨੇ ਸਾਲਾਂ ਬਾਅਦ ਪੂਰੀ ਹੋ ਗਈ। ਔਰ ਬੜਾ ਦੁੱਖ ਹੋਇਆ ਕਿ ਜਿਹੜੀ ਚੀਜ਼ ਤੋਂ ਉਹਨਾਂ ਨੇ ਅਵੇਅਰ ਕੀਤਾ ਸੀ ਸ਼ਹੀਦ ਭਗਤ ਸਿੰਘ ਨੇ ਕਿ ਲੋਕੀ ਜਾਗਦੇ ਰਹਿਣ, ਲੋਕਾਂ ਨੂੰ ਆਪਣੇ ਹੱਕ ਹਕੂਕ, ਤਾਂ ਲੀਡਰ ਠੀਕ ਰਹਿਣਗੇ। ਲੋਕੀ ਸੌਂ ਗਏ, ਅਸੀਂ ਕਿਤੇ ਨਾ ਕਿਤੇ ਲਾਲਚੀ ਹੋ ਗਏ, ਇਹ ਗੱਪਾਂ ਮਾਰ ਕੇ 5 ਸਾਲ ਆਪਣਾ ਨਿਗਾਹ ਲੈਂਦੇ ਆ, ਲੁੱਟਦੇ ਆ ਪੈਸਾ 5 ਸਾਲ, ਔਰ ਫਿਰ ਮੁੜ ਕੇ ਪੈਸਾ ਵਹਾ ਕੇ ਤੇ ਫਿਰ ਗੱਦੀ ਦੇ ਕਾਬਜ਼ ਹੋ ਜਾਂਦੇ ਆ। ਡੈਮੋਕ੍ਰੇਸੀ ਦੀ ਬਣਾਤੀ ਨਾਲ ਡੈਂਗੋਕ੍ਰੇਸੀ। ਸੋ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ। ਔਰ ਹੁਣ ਅਗਲੀ ਜਿਹੜੀ ਪੇਸ਼ਕਾਰੀ ਹੈ ਉਹਦੇ ਤੇ ਉੱਤੇ ਪਰਦੇਸੀ ਸਾਹਿਬ ਜਾਣ ਤੋਂ ਪਹਿਲਾਂ ਮੈਨੂੰ ਇੱਕ ਗੱਲ ਯਾਦ ਆਈ ਕਿ ਜੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ, ਉਹਨਾਂ ਦਾ ਇੰਨੀ ਆਕੜ, ਇੰਨਾ ਹੰਕਾਰ ਕਿ ਉਹਨਾਂ ਨੂੰ ਫੀਲਿੰਗਸ ਜਿਹੜੀਆਂ ਹੈਗੀਆਂ ਨਾ, ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਭਾਵਨਾਵਾਂ, ਇੰਨੀ ਕਿਸਾਨੀ, ਜਿਸ ਕੰਟਰੀ ਨੂੰ ਖੇਤੀ ਪ੍ਰਧਾਨ ਦੇਸ਼ ਕਿਹਾ ਹੋਵੇ, ਔਰ ਜਿੱਥੋਂ ਦੇ ਕਿਸਾਨ ਮਜ਼ਦੂਰ ਪੰਜਾਬ ਦੇ ਖੇਤੀ ਪ੍ਰਧਾਨ ਸੂਬਾ ਦੇ, ਉਹਨਾਂ ਨੂੰ ਇੰਨੀ ਹੰਕਾਰ ਔਰ ਇੰਨਾ ਉਹਨਾਂ ਦੇ ਵਿੱਚ ਹਉਮੈ ਹੈ। ਇੱਕ ਮੈਨੂੰ ਕੁਛ ਰੁਬਾਈਆਂ ਯਾਦ ਆਈਆਂ, ਕੁਛ ਲਾਈਨਾਂ ਕਿ ਬੱਕਰਾ ਜਿਹੜਾ ਹੈ ਜਿੰਦਾ ਜਿੰਦਾ ਹੀ ਮੈਂ ਕਰਦਾ, ਜਿਸਲੇ ਮਰ ਜਾਂਦਾ ਫਿਰ ਉਹ ਤੂੰ ਕਿਵੇਂ ਕਰਦਾ। ਉਹ ਕੁਛ ਲਾਈਨਾਂ ਨੇ, ਕਹਿੰਦੇ ਜਬ ਮੈਂ ਕੀ ਬੇਬਾਕ ਨੇ, बेबाक ਹੁੰਦਾ ਬੱਕਰਾ, जब मैं की बेबाक ने खींच कर छुरी चलाई कसाब ने, कुछ कट गया कुछ बिक गया बाजार में, बची जो अंतें वो पेंजा ले गया, जब पड़ी धुनकी पर हाथ की जरब तो मैं की जगह तू की आवाज आने लगी। सो ये हंकार जो साडे मानयोग साडे प्रधान मंत्री जी नूं है, सो ये जनता का जो ਮੁਖੀ ਹੁੰਦਾ, ਰਾਜਾ ਹੁੰਦਾ, ਉਹਨੂੰ ਇੰਨਾ ਹੰਕਾਰ ਨਹੀਂ ਚਾਹੀਦਾ, ਇੰਨੀ ਮੈਂ ਨਹੀਂ ਚਾਹੀਦੀ। ਸੋ ਅਗਲੇ ਕਵੀ ਵੱਲ ਵਧਦੇ ਹੋਏ ਮੈਂ ਬੇਨਤੀ ਕਰਾਂਗਾ ਪਰਦੇਸੀ ਜੀ ਨੂੰ ਕਿ ਆਪਣੀ ਅਗਲੀ ਰਚਨਾ ਉਹ ਪੇਸ਼ ਕਰਨਗੇ। ਮਾਨਯੋਗ ਪਰਦੇਸੀ ਜੀ। ਬਹੁਤ ਵਧੀਆ। ਸਭ ਤੋਂ ਪਹਿਲਾਂ ਤਾਂ ਗਰੇਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਅੱਜ ਮਿਊਜ਼ਿਕ ਦੇ ਨਾਲ ਜਿਹੜਾ ਉਹ ਗਾ ਰਹੇ ਨੇ, ਤੇ ਅਸੀਂ ਤੇ ਸੁੱਕਾ ਸੰਗੜ ਆ ਰਹੇ ਹਾਂ, ਤੇ ਬਹੁਤ ਵਧੀਆ ਲੱਗਿਆ ਉਹਨਾਂ ਦੋ ਰਚਨਾਵਾਂ ਜਿਹੜੀਆਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ, ਤੇ ਜਿਹੜਾ ਦੂਸਰਾ ਪਗੜੀ ਸੰਭਾਲ ਜੱਟਾ। ਸੋ ਬਹੁਤ ਵਧੀਆ ਉਹਨਾਂ ਦਾ ਤਰੀਕਾ ਲਹਿਜ਼ਾ ਬੋਲਣ ਦਾ। ਤੇ ਮੈਂ ਹੁਣ ਥੋੜ੍ਹੀ ਜਿਹੀ ਗੱਲਾਂ ਤਾਂ ਮੈਂ ਉਹੀ ਕਰਾਂਗਾ ਜਿਹੜੀਆਂ ਸਾਡੇ ਵਿੱਚ ਹੁੰਦੀਆਂ ਨੇ, ਪਰ ਇਹਦੇ ਵਿੱਚ ਮੇਰਾ ਟਾਈਟਲ ਹੈਗਾ ਇਹਨਾਂ ਤੋਂ ਬਿਨਾਂ। ਹਾਂਜੀ, ਹੈ ਇਹ ਸਾਰੇ ਸਾਡੇ ਜੀਵਨ ਦੇ ਨਾਲ ਜੁੜੀਆਂ ਵੀ ਇਹਨਾਂ ਤੋਂ ਬਿਨਾਂ, ਕਿਉਂਕਿ ਮੇਰਾ ਥੋੜ੍ਹਾ ਜਿਹਾ ਲਿਖਣ ਦਾ ਤਰੀਕਾ ਵੱਖਰਾ, ਵੀ ਕਿਹਨੂੰ ਕੀ ਕਹਿੰਦੇ, ਇਹਨਾਂ ਤੋਂ ਬਿਨਾਂ, ਵੱਟ, ਤੜਕੇ, ਇਹੋ ਜਿਹੀ ਚੀਜ਼ਾਂ, ਜਿਹੜਾ ਕੋਈ ਸ਼ਬਦ ਮੇਰੇ ਹੱਥ ਆ ਜਾਂਦਾ ਮੈਂ ਉਹਦੇ 'ਤੇ ਲਿਖਦਾ। ਸੋ ਮੈਂ ਇਹਨਾਂ ਟਾਈਟਲ ਦਿੱਤਾ ਵਾ ਇਹਨਾਂ ਤੋਂ ਬਿਨਾਂ, ਵੀ ਸਤਿਕਾਰ ਨਹੀਂ ਜੇ ਮਿਲਦਾ ਦਿੱਤੇ ਤੋਂ ਬਿਨਾਂ,
ਕਿਉਂਕਿ ਜੇ ਇਹ ਅਸਲ 'ਚ ਬੜਾ ਵਧੀਆ ਗਾਇਆ ਜਾ ਸਕਦਾ, ਪਰ ਉਧਰ ਦੂਸਰੇ ਬੰਨੇ ਮੈਡਮ ਸੁੱਤੇ ਨੇ ਤੇ ਆਪਣਾ ਉਹ ਨਾ ਮੁੜ ਕੇ ਅਸੀਂ ਉੱਠ ਕੇ ਆਣਗੇ ਤੇ ਮੇਰਾ ਬੰਦ ਕਰਾ ਦੇਣਾ ਸਾਰਾ ਕੁਛ ਹੀ। ਸੋ ਇਸ ਵਾਸਤੇ ਮੈਂ ਹੌਲੀ ਹੌਲੀ ਬੋਲ ਰਿਹਾ। ਸਤਿਕਾਰ ਨਹੀਂ ਜੇ ਮਿਲਦਾ ਦਿੱਤੇ ਤੋਂ ਬਿਨਾਂ, ਤੇ ਪਿਆਰ ਨਹੀਂ ਜੇ ਹੁੰਦਾ ਦਿਲ ਜਿੱਤੇ ਤੋਂ ਬਿਨਾਂ, ਬਾਣੀਆਂ ਨਾ ਬਚਦਾ ਵਿਆਜ ਤੋਂ ਬਿਨਾਂ, ਤੇ ਸਬਜ਼ੀ ਬਣਦੀ ਸਵਾਦ ਨਾ ਪਿਆਜ ਤੋਂ ਬਿਨਾਂ, ਤੇ ਹੁੰਦੀ ਨਹੀਂ ਪੜ੍ਹਾਈ ਵੀ ਕਿਤਾਬ ਤੋਂ ਬਿਨਾਂ, ਚੱਲਦਾ ਨਹੀਂ ਘਰ ਵੀ ਹਿਸਾਬ ਤੋਂ ਬਿਨਾਂ, ਬਚ ਜਾਂਦਾ ਬੰਦਾ ਦਾਰੂ ਪੀਤੇ ਤੋਂ ਬਿਨਾਂ, ਤੇ ਪੋਸ਼ਾਕ ਬਣਦੀ ਨਾ ਕੱਪੜੇ ਨੂੰ ਸੀਤੇ ਤੋਂ ਬਿਨਾਂ। ਉਹ ਬੰਦੇ ਦੀ ਪਛਾਣ ਨਹੀਂ ਅਕਲ ਤੋਂ ਬਿਨਾਂ, ਤੇ ਬਾਂਦਰ ਬੁੱਧੀ ਰਹਿੰਦੀ ਨਹੀਂ ਜੇ ਨਕਲ ਤੋਂ ਬਿਨਾਂ, ਫੌਜੀ ਨਹੀਂ ਜੇ ਰਹਿੰਦਾ ਕਦੀ ਰੰਮ ਤੋਂ ਬਿਨਾਂ, ਤੇ ਕਿਸੇ ਕੰਮ ਦਾ ਨਹੀਂ ਬੰਦਾ ਕੰਮ ਤੋਂ ਬਿਨਾਂ, ਹੁੰਦੀ ਸਰਹੱਦ ਵੀ ਨਾ ਸੇਫ ਜਵਾਨ ਤੋਂ ਬਿਨਾਂ, ਤੇ ਢਿੱਡ ਨਹੀਂਓ ਕੋਈ ਭਰਦਾ ਕਿਸਾਨ ਤੋਂ ਬਿਨਾਂ। ਅੱਜ ਦੋਵੇਂ ਨਾ ਬਚੇ ਅਪਮਾਨ ਤੋਂ ਬਿਨਾਂ, ਤੇ ਬਚ ਸਕਿਆ ਨਾ ਦੇਸ਼ ਬੇਈਮਾਨ ਤੋਂ ਬਿਨਾਂ। ਬੱਚਾ ਨਹੀਂ ਉਹ ਸਿੱਖਦਾ ਸਕੂਲ ਤੋਂ ਬਿਨਾਂ, ਤੇ ਵਿਕ ਜਾਂਦਾ ਬੰਦਾ ਆ ਅਸੂਲ ਤੋਂ ਬਿਨਾਂ। ਫਿਲਮ ਨਾ ਬਣਦੀ ਐਕਟਰ ਤੋਂ ਬਿਨਾਂ, ਪਰ ਨੇਤਾ ਬਣ ਜਾਂਦਾ ਜੇ ਕਰੈਕਟਰ ਤੋਂ ਬਿਨਾਂ। ਨੌਕਰੀ ਨਾ ਮਿਲੇ ਟੈਸਟ ਦਿੱਤੇ ਤੋਂ ਬਿਨਾਂ, ਵਿੱਤ ਮੰਤਰੀ ਬਣ ਜਾਂਦਾ ਜੇ ਜਿੱਤੇ ਤੋਂ ਬਿਨਾਂ। ਲੋਕ ਪਾ ਦਿੰਦੇ ਵੋਟ ਕੀਤੇ ਵਿਚਾਰ ਤੋਂ ਬਿਨਾਂ, ਤੇ 5 ਸਾਲ ਲੱਗ ਜਾਂਦੇ ਨੇ ਸੁਧਾਰ ਤੋਂ ਬਿਨਾਂ। ਇਨਸਾਨ ਨਹੀਂ ਜੇ ਰਹਿੰਦਾ ਕਦੀ ਧਰਮ ਬਿਨਾਂ, ਇਨਸਾਨ ਨਹੀਂ ਜੇ ਰਹਿੰਦਾ ਕਦੀ ਧਰਮ ਬਿਨਾਂ, ਤੇ ਧਰਮ ਬਚ ਵੀ ਨਾ ਸਕਿਆ ਭਰਮ ਬਿਨਾਂ। ਕਮੇਡੀ ਬਚੀ ਨਾ ਹੋਣੋਂ ਅਸ਼ਲੀਲ ਤੋਂ ਬਿਨਾਂ, ਤੇ ਸ਼ਰਮ ਵੀ ਨਹੀਂ ਹੁੰਦੀ ਕੀਤੇ ਫੀਲ ਤੋਂ ਬਿਨਾਂ। ਪੰਜਾਬੀ ਵੀ ਨਾ ਬਚਿਆ ਜੇ ਗਾਲ ਤੋਂ ਬਿਨਾਂ, ਤੇ ਮਨ ਬਚਦਾ ਨਹੀਂ ਮਾੜੇ ਖਿਆਲ ਤੋਂ ਬਿਨਾਂ। ਘਰ ਨਹੀਂ ਜੇ ਹੁੰਦਾ ਘਰ ਵਾਲੀ ਤੋਂ ਬਿਨਾਂ, ਤੇ ਸਾਂਢੂ ਨਹੀਂ ਜੇ ਬਣਦਾ ਕਦੀ ਸਾਲੀ ਤੋਂ ਬਿਨਾਂ। ਕਿਸੇ ਕੰਮ ਦਾ ਪਜਾਮਾ ਨਹੀਂ ਜੇ ਨਾਲੇ ਤੋਂ ਬਿਨਾਂ, ਤੇ ਪੰਜਾਬੀ ਮੂੰਹ ਵੀ ਨਹੀਂ ਰਹਿੰਦਾ ਮਾਮੇ ਸਾਲੇ ਤੋਂ ਬਿਨਾਂ। ਮਨ ਹੁੰਦਾ ਨਹੀਂ ਜੇ ਖੁਸ਼ ਹੋਏ ਸ਼ਾਂਤ ਤੋਂ ਬਿਨਾਂ, ਤੇ ਆਨੰਦ ਵੀ ਨਾ ਹੁੰਦਾ ਬੈਠੇ ਇਕਾਂਤ ਤੋਂ ਬਿਨਾਂ। ਤੇ ਮੋਦੀ ਨਹੀਂ ਜੇ ਰਹਿੰਦਾ ਕਦੀ ਭਾਸ਼ਣ ਬਿਨਾਂ, ਤੇ ਰਾਮਦੇਵ ਰਹਿੰਦਾ ਨਹੀਂ ਜੇ ਆਸਣ ਬਿਨਾਂ। ਤੇ ਸਲਵਾਰ ਪਾ ਕੇ ਬਚਿਆ ਨਾ ਨੱਸੇ ਤੋਂ ਬਿਨਾਂ, ਤੇ ਸਾਰੀ ਉਮਰ ਕੱਢ ਦਿੱਤੀ ਕੱਛੇ ਤੋਂ ਬਿਨਾਂ। ਬੰਦ ਕਰਾਂ ਕਵਿਤਾ ਕਿਛ ਕਹੇ ਹੋਰ ਤੋਂ ਬਿਨਾਂ, ਤੇ ਵਿਚਾਰ ਕਰਿਓ ਵੀ ਹੋਏ ਬੋਰ ਤੋਂ ਬਿਨਾਂ। ਤੇ ਪਰਦੇਸੀ ਨਹੀਂ ਜੇ ਰਹਿੰਦਾ ਸੱਚ ਕਹੇ ਤੋਂ ਬਿਨਾਂ, ਤੇ ਪਾਣੀ ਰਹਿੰਦਾ ਨਹੀਂ ਜੇ ਸਾਫ਼ ਕਦੀ ਵਹੇ ਤੋਂ ਬਿਨਾਂ। ਪਰਦੇਸੀ ਨਹੀਂ ਜੇ ਰਹਿੰਦਾ ਕਦੀ ਸੱਚ ਕਹੇ ਤੋਂ ਬਿਨਾਂ, ਤੇ ਪਾਣੀ ਰਹਿੰਦਾ ਨਹੀਂ ਜੇ ਸਾਫ਼ ਕਦੀ ਵਹੇ ਤੋਂ ਬਿਨਾਂ। ਵਾਹ 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 ਵਾਹ, ਬੜਾ ਇੱਕ ਨਵਾਂ ਰੰਗ ਪੇਸ਼ ਕੀਤਾ ਜੀ, ਤੇ ਬਹੁਤ ਸੋਹਣਾ। ਸੋ ਇਸ ਤਰ੍ਹਾਂ ਮੇਰਾ ਨਾ ਮੈਂ ਥੋੜਾ ਜਿਹਾ ਵੱਖਰਾ ਜਿਹਾ ਤਰੀਕਾ ਵਾ ਨਾ ਮੇਰਾ, ਥੋੜਾ ਜਿਹਾ ਵਿੱਚ ਕਮੇਡੀ ਟੱਚ ਮੈਂ ਥੋੜਾ ਬੜਾ ਰੁਕ ਕੇ ਕਰ ਰਿਹਾ ਵੀ, ਕਿਉਂਕਿ ਇਹ ਨਾ ਕਹਿ ਦੇਣ ਵੀ ਅਸੀਂ ਤੇ ਕਿਸਾਨੀ ਮੋਰਚਾ ਲਾਇਆ ਗਿਆ ਤੇ ਤੂੰ ਵਿੱਚ ਕਮੇਡੀ ਸ਼ੁਰੂ ਕਰ ਦਿੱਤੀ ਆ। ਸੋ ਮੇਰਾ ਸੁਭਾਅ ਆ ਥੋੜਾ ਜੀ ਵੀ ਇਹ ਥੋੜੇ ਕਮੇਡੀ ਜਾਂ ਸਹੀ ਗੱਲਾਂ ਉਹੀ ਲਿਖਣੀਆਂ ਨੇ ਜਿਹੜੀਆਂ ਸਾਡੇ 'ਚ ਵਾਪਰ ਰਹੀਆਂ ਵੀ ਕੀ ਹੋ ਰਿਹਾ। ਹਾਂਜੀ, ਤੁਹਾਡੀ ਗੱਲ 'ਚੋਂ ਜਿਹੜੀ ਪਜਾਮੇ ਦੀ ਗੱਲ ਮੈਨੂੰ ਯਾਦ ਆਈ ਕਿ ਮੋਦੀ ਸਾਹਿਬ ਬਿੱਲਾਂ ਬਾਰੇ ਕਿਵੇਂ ਸਮਝਾ ਰਹੇ ਆ ਵੀ ਉਹ ਕੋਈ ਬੰਦੇ ਨੇ ਪਜਾਮਾ ਸਵਾਉਣਾ ਸੀ ਤੇ ਉਹ ਚਲਾ ਗਿਆ ਟੇਲਰ ਮਾਸਟਰ ਕੋਲ ਦੇ ਆਇਆ, ਤੇ ਟੇਲਰ ਮਾਸਟਰ ਕੋਲ ਪਤਾ ਨਹੀਂ ਕਿਤੇ ਗਲਤੀ ਨਾਲ ਗਲਤ ਕੱਟ ਹੋ ਗਿਆ, ਉਹ ਗਲਤ ਕੱਟ ਹੋ ਗਿਆ, ਤੇ ਉਹ ਹੁਣ ਕੱਪੜਾ ਜਿਹੜਾ ਸੀ ਉਹਦੇ ਨਾਲ ਸਿਰਫ ਕੱਛਾ ਹੀ ਬਣ ਸਕਦਾ ਸੀ, ਹੋਰ ਕੁਝ ਨਹੀਂ। ਤੇ ਉਹ ਲੈਣ ਆਇਆ ਪਜਾਮਾ, ਤੇ ਉਹ ਟੇਲਰ ਮਾਸਟਰ ਉਹਨੂੰ ਕਿਉਂ ਸਮਝਾਉਣ ਲੱਗਾ ਕੱਛੇ ਦੇ ਫਾਇਦੇ, ਕੱਛੇ ਦੇ ਆਹ ਫਾਇਦਾ ਆ, ਇਹ ਨਗੇਜ ਸਮਝਦਾ, ਇਹ ਬੜਾ ਜ਼ਰੂਰੀ ਆ, ਇਹ ਗੁਰੂਆਂ ਨੇ ਦਿੱਤਾ ਫਲਾਣ ਟਮਕਾਣ। ਸੋ ਸਾਡੇ ਪ੍ਰਧਾਨ ਮੰਤਰੀ ਜੀ ਉਹ ਹਾਲ ਆ ਬਈ ਉਹ ਸਭ ਪਜਾਮਾ ਗਲਤ ਕੱਟ ਹੋ ਗਿਆ, ਤੇ ਹੁਣ ਸਮਝਾਈ ਜਾਂਦਾ ਕਿ ਇਹਦੇ ਫਾਇਦੇ ਬੜੇ ਆ। ਸੋ ਹੁਣ ਆਪਾਂ ਬੇਨਤੀ ਕਰਾਂਗੇ ਆਪਣੇ ਗਰੇਵਾਲ ਸਾਹਿਬ ਨੂੰ ਕਿ ਉਹ ਕੁਛ ਨੌਜਵਾਨਾਂ ਦੀ ਸ਼ਾਨ ਦੇ ਵਿੱਚ ਜ਼ਰੂਰ ਕਹਿਣ। ਪਿਛਲੇ ਹਫ਼ਤੇ ਮੈਨੂੰ ਵੀ ਚਾਅ ਉੱਠਿਆ ਸੀ ਜੀ, ਮੈਂ ਵੀ ਇੱਕ ਲਿਖਿਆ, ਉਹ ਮੈਂ ਉਦੋਂ ਪਹਿਲਾਂ ਹਾਰਮੋਨੀਅਮ ਤੇ ਗੀਤ ਸ਼ੁਰੂ ਕਰਨ ਤੋਂ ਪਹਿਲਾਂ। ਇੱਕ ਪਾਸੇ ਇਨਸਾਨ ਜੁੜੇ ਨੇ, ਇੱਕ ਪਾਸੇ ਘੜਿਆਲ, ਕਾਲੇ ਘੋਰ ਕਾਨੂੰਨਾਂ ਬਾਰੇ ਹੋ ਗਏ ਖੜੇ ਸਵਾਲ। ਵਿੱਚ ਕਿਸਾਨਾਂ ਆਣ ਖੜੇ ਨੇ ਬੀਬੀਆਂ ਬੁੱਢੇ ਨਿਕੜੇ ਬਾਲ, ਕਿਰਤੀ ਕਾਮੇ ਅੰਨਦਾਤੇ ਤੇ ਭੋਏ ਦੇ ਛੋਟੇ ਵੱਡੇ ਲਾਲ। ਦੇਸ਼ ਦੇ ਕੁੱਲ ਮਜ਼ਦੂਰ ਜੁੜੇ ਨੇ, ਰਿਕਸ਼ੇ ਟਾਂਗੇ ਰੇਹੜੀਆਂ ਨਾਲ, ਨੌਕਰ ਪੇਸ਼ੇਦਾਰ ਜੁੜੇ ਨੇ, ਆੜ੍ਹਤੀਆਂ ਦੀ ਵੀ ਹੈ ਪਾਲ। ਜਿਸ ਪਾਸੇ ਘੜਿਆਲ ਖੜੇ ਨੇ ਚੌਂਕੀਦਾਰ ਵੀ ਉਹਨਾਂ ਨਾਲ, ਸੋਨ ਚਿੜੀ ਦਾ ਰੱਤ ਚੂਸ ਕੇ ਪਹਿਲਾਂ ਹੀ ਨੇ ਮਾਲੋ ਮਾਲ। ਖੂਨ ਪਸੀਨਾ ਇੱਕ ਕਰ ਜਿਉਂਦੇ, ਬਿਲਕੁਲ ਨਹੀਂ ਡਰਾਉਂਦਾ ਕਾਲ। ਅਸੀਂ ਹਾਂ ਉਸ ਤੋਂ ਡਰਦੇ ਮੋਦੀ, ਸਮਝ ਗਏ ਤੇਰੀ ਕੋਝੀ ਚਾਲ। ਲੈਣ ਲਈ ਅਸੀਂ ਹੱਕ ਖੜੇ ਹਾਂ,
ਲੈਣ ਲਈ ਅਸੀਂ ਹੱਕ ਜੁੜੇ ਹਾਂ, ਲੱਖ ਢੁੱਚਰਾਂ ਭਾਵੇਂ ਲਾ ਕੇ ਟਾਲ, ਨਹੀਂ ਹੁਣ ਖਾਲੀ ਮੁੜਦੇ ਮੋਦੀ, ਲਵਾਂਗੇ ਤੈਨੂੰ ਛੇਤੀ ਭਾਲ, ਨਹੀਂ ਹੁਣ ਖਾਲੀ ਮੁੜਦੇ ਮੋਦੀ, ਲਵਾਂਗੇ ਤੈਨੂੰ ਛੇਤੀ ਭਾਲ। ਨੌਜਵਾਨਾਂ ਦੀ ਬਹੁਤ ਅੱਛੇ, ਬਹੁਤ ਅੱਛੇ। ਵਾਹ ਕੀ ਬਾਤ ਹੈ, ਬਹੁਤ ਵਧੀਆ ਜੀ, ਬਹੁਤ ਵਧੀਆ। ਬੜਾ ਜੋਸ਼ ਭਰ ਦਿੱਤਾ। ਤੇ ਮੈਨੂੰ ਇੱਕ ਕੁਝ ਲਾਈਨਾਂ ਯਾਦ ਆਈਆਂ ਕਿਸੇ ਕਵੀ ਦੀਆਂ। ਉਹਨੇ ਸਿਕੰਦਰ ਬਾਰੇ ਬਹੁਤ ਸੋਹਣਾ ਲਿਖਿਆ ਕਿ ਇੱਕ ਨਜ਼ਮ ਹੈ ਸਿਕੰਦਰ ਬਾਰੇ, ਕਹਿੰਦਾ ਸ਼ਹਿਨਸ਼ਾਹ ਸਿਕੰਦਰ ਮਹਾਨ ਇੱਕ ਦਿਨ ਟਹਿਲ ਰਿਹਾ ਸੀ ਆਪਣੇ ਬਾਗ ਅੰਦਰ। ਸ਼ਹਿਨਸ਼ਾਹ ਸਿਕੰਦਰ ਮਹਾਨ ਇੱਕ ਦਿਨ ਟਹਿਲ ਰਿਹਾ ਸੀ ਆਪਣੇ ਬਾਗ ਅੰਦਰ, ਸਾਰੇ ਜਹਾਨ ਨੂੰ ਜਿੱਤਣ ਦੀ ਫਿਲਮ ਸੀ ਘੁੰਮ ਰਹੀ ਉਸਦੇ ਦਿਮਾਗ ਅੰਦਰ। ਸਾਰੇ ਜਹਾਨ ਨੂੰ ਜਿੱਤਣ ਦੀ ਫਿਲਮ ਸੀ ਘੁੰਮ ਰਹੀ ਉਸਦੇ ਦਿਮਾਗ ਅੰਦਰ, ਅਚਨਚੇਤ ਉੱਡਦਾ ਕਾਂ ਬਿੱਠ ਕਰ ਗਿਆ ਉਸਦੀ ਸ਼ਾਹੀ ਪੁਸ਼ਾਕ ਉੱਤੇ। ਅਚਨਚੇਤ ਉੱਡਦਾ ਇੱਕ ਕਾਂ ਬਿੱਠ ਕਰ ਗਿਆ ਉਸਦੀ ਸ਼ਾਹੀ ਪੁਸ਼ਾਕ ਉੱਤੇ। ਸ਼ਹਿਨਸ਼ਾਹ ਨੂੰ ਬੜਾ ਕ੍ਰੋਧ ਆਇਆ ਕਾਲੇ ਕਾਂ ਦੇ ਸਫੈਦ ਮਜ਼ਾਕ ਉੱਤੇ। ਕਾਂ ਨੂੰ ਕਹਿਣ ਲੱਗਾ ਸਿਕੰਦਰ, ਸਾਰੇ ਜਹਾਨ ਨੂੰ ਮੈਂ ਠਿੱਠ ਕੀਤਾ, ਅੱਜ ਤੂੰ ਹੀ ਕਰ ਗਿਆ ਠਿੱਠ ਮੈਨੂੰ। ਸਾਰੇ ਜਹਾਨ ਨੂੰ ਮੈਂ ਠਿੱਠ ਕੀਤਾ, ਅੱਜ ਤੂੰ ਹੀ ਕਰ ਗਿਆ ਠਿੱਠ ਮੈਨੂੰ। ਤੂੰ ਹੀ ਹੈ ਮਹਾਨ, ਮੈਂ ਮਹਾਨ ਕਾਹਦਾ, ਤੂੰ ਹੀ ਹੈ ਮਹਾਨ, ਮੈਂ ਮਹਾਨ ਕਾਹਦਾ। ਤੂੰ ਹੀ ਹੈ ਸ਼ਹਿਨਸ਼ਾਹ, ਮੈਂ ਸ਼ਹਿਨਸ਼ਾਹ ਕਾਹਦਾ। ਪੂਰੀ ਦੁਨੀਆ ਕਹਿੰਦੀ ਸਿਕੰਦਰ ਮਹਾਨ ਮੈਨੂੰ, ਪਰ ਅੱਜ ਤਾਂ ਤੂੰ ਹੀ ਕਰ ਗਿਆ ਸ਼ਰਮਸਾਰ ਮੈਨੂੰ, ਸ਼ਰਮਸਾਰ ਮੈਨੂੰ। ਤੋ ਹੁਣ ਮੈਂ ਬੇਨਤੀ ਕਰਾਂਗਾ ਆਪਣੇ ਪਰਦੇਸੀ ਜੀ ਨੂੰ ਕਿ ਉਹ ਆਪਣਾ ਅਗਲਾ ਰੰਗ ਬਿਖੇਰਨਗੇ। ਮਾਨਯੋਗ ਪਰਦੇਸੀ ਜੀ। ਮੈਂ ਜੀ ਇੱਕ ਨਾ ਥੋੜੀ ਜੀ ਇੱਧਰ ਹੀ ਜਾ ਰਿਹਾ ਵਾਂ ਕਮੇਡੀ ਵਾਲੀ ਥੋੜਾ ਜਿਹਾ ਨਾ, ਵੀ ਜਿਹੜੇ ਅੱਜ ਕੱਲ੍ਹ ਦੇ ਦੇਸ਼ ਭਗਤ ਨੇ ਉਹਨਾਂ ਦੇ ਨਾਅਰੇ ਜਿਹੜੇ ਨੇ ਕਿਹੋ ਜਿਹੇ ਲਾਉਂਦੇ ਨੇ। ਉਹ ਬੀਜੇਪੀ ਦੇ ਨਾਅਰੇ ਨੇ ਜਿਹੜੇ, ਉਹ ਮੈਂ ਤੁਹਾਨੂੰ ਕੋਈ ਸੁਣਾਉਣ ਲੱਗਾ ਵਾਂ ਵੀ ਜੋ ਜੋ ਕਹਿੰਦੇ ਨੇ। ਹਾਂਜੀ, ਤੇ ਉਹ ਹੈਗਾ ਜੀ ਜਿਸ ਤਰ੍ਹਾਂ ਇੱਕ, ਹਾਂਜੀ ਇੱਕ ਫਿਲਮ ਆਈ ਸੀ ਇੱਕ, ਉਹਦੇ ਵਿੱਚ ਕਹਿੰਦੇ ਸੀ ਦੁੱਧ ਮੰਗੋਗੇ ਖੀਰ ਦਿਆਂਗੇ ਤੇ ਕਸ਼ਮੀਰ ਮੰਗੋਗੇ ਤੇ ਚੀਰ ਦਿਆਂਗੇ। ਇਸੇ ਹੀ ਤੇ ਮੈਂ ਥੋੜੇ ਜਿਹੇ ਬੀਜੇਪੀ ਦੇ ਨਾਅਰੇ ਲਿਖੇ ਨੇ ਕਿ ਦੁੱਧ ਮੰਗੋ ਗਊ ਮੂਤ ਮਿਲੇਗਾ, ਹੱਕ ਮੰਗੋਗੇ ਜੂਤ ਮਿਲੇਗਾ, ਦੁੱਧ ਦੀ ਨਹੀਂ ਪਨੀਰ ਮਿਲੇਗੀ, ਗਊ ਮੂਤ ਦੀ ਖੀਰ ਮਿਲੇਗੀ। ਦੁੱਧ ਦਾ ਨਹੀਂ ਖੋਆ ਮਿਲੇਗਾ, ਪਰ ਗਊ ਦਾ ਗੋਆ ਮਿਲੇਗਾ। ਆਜ਼ਾਦੀ ਮੰਗੋਗੇ ਜੇਲ੍ਹ ਮਿਲੇਗੀ, ਪੁਲਿਸ ਸਾਡੀ ਰਖੇਲ ਮਿਲੇਗੀ। ਸੱਚ ਪੁੱਛੋਗੇ ਝੂਠ ਮਿਲੇਗਾ, ਨੇਤਾ ਹਰ ਕੋਈ ਝੂਠ ਮਿਲੇਗਾ। ਵਸਤਰ ਮੰਗੋਗੇ ਨਿੱਕਰ ਮਿਲੇਗੀ, ਸ਼ਾਂਤੀ ਨਾਲ ਜੀਣ ਦੀ ਫਿਕਰ ਮਿਲੇਗੀ। ਤਰੱਕੀ ਮੰਗੋਗੇ ਤਾਂ ਲੁੱਟ ਮਿਲੇਗੀ, ਜ਼ਰੂਰੀ ਮਸਲੇ ਤੇ ਚੁੱਪ ਮਿਲੇਗੀ। ਜਿਸ ਤਰ੍ਹਾਂ ਅੱਜ ਕੱਲ੍ਹ ਸਾਡੇ ਮੋਦੀ ਸਾਹਿਬ ਹਰ ਜ਼ਰੂਰੀ ਗੱਲ ਤੇ ਚੁੱਪ ਹੋ ਜਾਂਦੇ ਨੇ, ਤੇ ਬਾਹਰਲੇ ਕਿਸੇ ਦੇਸ਼ 'ਚ ਕੋਈ ਗੜਬੜ ਹੋ ਜਾਏ ਤੇ ਉੱਥੇ ਫਿਰ ਟਵੀਟ ਕਰ ਦਿੰਦੇ। ਹਾਂਜੀ, ਇਹ ਚੁੱਪ ਹੋ ਜਾਂਦੇ ਨੇ ਜਦੋਂ, ਹੈ ਨਾ। ਹਾਂਜੀ, ਹਮੇਸ਼ਾ ਤਰੱਕੀ ਮੰਗੋਗੇ ਲੁੱਟ ਮਿਲੇਗੀ, ਜ਼ਰੂਰੀ ਮਸਲੇ ਤੇ ਚੁੱਪ ਮਿਲੇਗੀ। ਲੋਕਾਂ ਵੱਲੋਂ ਨਕਾਰੇ ਮਿਲੇਂਗੇ, ਵਿੱਤ ਸਿੱਖਿਆ ਮੰਤਰੀ ਹਾਰੇ ਮਿਲੇਂਗੇ। ਉਹ ਮੰਤਰੀ ਸਾਰੇ ਐਕਟਰ ਮਿਲੇਂਗੇ, ਪਰ ਬਿਨਾਂ ਕਰੈਕਟਰ ਮਿਲੇਂਗੇ। ਨਾ ਪੜ੍हेंगे ना देंगे पढ़न, ज्ञान को ना देंगे बढ़न। ना कोई जहाँ असूल मिलेगा, सबको एक तसूल मिलेगा। संघ का जहाँ एजेंडा मिलेगा, भगवा देश में झंडा मिलेगा। अमीरों को टैक्स की माफ़ी, अमीरों को टैक्स की माफ़ी ते आम लोकां लई भाषण काफ़ी। अमीरां नूं है टैक्स की माफ़ी, आम लोकां नूं भाषण काफ़ी। गुंडियां नूं देश भगती मिलेगी, हमारी उनको शक्ति मिलेगी। ना कोई जहाँ धर्म मिलेगा, हर जगह पे भरम मिलेगा। आप हमको वोट दे के फर्ज निभाएंगे, हम आपके कर्ज बढ़ाएंगे। यही हमारे होंगे नारे, हमको ये हैं बहुत प्यारे। परदेसी अज दे दस गया नारे, कोई नहीं फायदा जे ना विचारे। सो ये सी नारे ਜਿਹੜੇ ਇਹਨਾਂ ਦੇ ਸੀ। ਹਾਂਜੀ, ਤੇ ਹੁਣ ਮੈਂ ਤੁਹਾਨੂੰ ਇੱਕ ਨਾ ਮਤਲਬ ਹੋਰ ਵੀ ਰੰਗ ਆਪਾਂ ਪੇਸ਼ ਕਰ ਸਕਦੇ ਹਾਂ ਕਿ ਇਕੱਲਾ ਕਿਸਾਨੀ ਦੇ ਨਾਲ ਹੀ ਹੈ? ਨਹੀਂ ਨਹੀਂ, ਕੋਈ ਰੰਗ ਪੇਸ਼ ਕਰੋ ਜੀ, ਕੋਈ ਰੰਗ ਪੇਸ਼ ਕਰੋ। ਅੱਛਾ, ਇੱਕ ਨਾ ਮੈਂ ਇੱਕ ਵੱਟ ਲਿਖੇ ਸੀ। ਵੱਟ ਨਾ ਕੋਈ 2-3 ਵਾਰ 4-5 ਵਾਰ ਕਿਸੇ ਨੇ ਵੱਟ ਕਰ ਦਿੱਤਾ, ਤਾਂ ਸ਼ਬਦ ਫਸ ਗਿਆ ਦਿਮਾਗ 'ਚ। ਉਹਦੇ ਤੇ ਫਿਰ ਮੈਂ ਇੱਕ ਵੱਟ ਲਿਖਿਆ। ਉਹ ਜੱਟਾਂ ਤੋਂ ਲੈ ਕੇ ਤੇ ਢਿੱਡ ਤੇ ਵੱਟ ਤੋਂ ਦੇ ਵੱਖ-ਵੱਖ ਵੱਟ ਜਿਹੜੇ ਮੈਂ ਤੁਹਾਨੂੰ ਸੁਣਾ ਦਿੰਦਾ। ਹਾਂਜੀ, ਇੱਕ ਹੁੰਦੀ ਵੱਟ, ਹਾਂਜੀ ਇੱਕ ਹੁੰਦੀ ਵੱਟ ਜਿੱਥੋਂ ਲੜਦਾ ਏ ਜੱਟ, ਦੇਰ ਵੀ ਨਾ ਲਾਵੇ ਵਿੱਚ ਦੇਵੇ ਝੱਟ-ਪੱਟ। ਵੱਟ ਦਾ ਪਿਆਰ ਫਿਰ ਰਫੂ ਚੱਕਰ ਹੁੰਦਾ, ਗੇੜੇ ਉੱਤੇ ਗੇੜਾ ਜਦੋਂ ਕੋਤਵਾਲੀ ਪੈਂਦਾ,
ਬੱਚਿਆਂ ਦੀ ਪੜ੍ਹਾਈ ਫਿਰ ਖੂਹ ਵਿੱਚ ਪੈਂਦੀ, ਵੱਟ ਦੀ ਤੇ ਛੱਡੋ ਫਿਰ ਜ਼ਮੀਨ ਵੀ ਨਹੀਂ ਰਹਿੰਦੀ। ਉਹ ਇਹਨਾਂ ਗੱਲਾਂ ਨਹੀਂ ਕੱਢੇ ਸੀ ਜੱਟਾਂ ਦੇ ਵੱਟ, ਤੇ ਕਰ ਦਿਓ ਵੀਰੋ ਇਹਨੂੰ ਬੰਦ ਝੱਟ-ਪੱਟ। ਉਸ ਤੋਂ ਹੈ ਬਾਅਦ ਆਉਂਦਾ ਗਰਮੀ ਦਾ ਵੱਟ, ਬੜਾ ਦੁੱਖ ਦੇਵੇ ਜਦੋਂ ਹੋਵੇ ਪਾਵਰ ਘੱਟ, ਢਿੱਡਿਆਂ ਤੋਂ ਮੁੜਕਾ ਥੱਲੇ ਨੂੰ ਹੈ ਆਉਂਦਾ, ਢਿੱਡ ਦੀ ਕਮੀਜ਼ ਦਾ ਪੱਖਾ ਆ ਬਣਾਉਂਦਾ, 24 ਚੋਂ 32 ਰਹਿੰਦੀ ਅੱਠਾਂ ਨਾਲ ਸਾਰਦੀ, ਬਿਜਲੀ ਸਮਾਨੀ ਵਾਂਗ ਰਹੇ ਅੱਖਾਂ ਮਾਰਦੀ, ਨੇਤਾ ਅਤੇ ਬੱਤੀ ਦਾ ਬੜਾ ਹੀ ਪਿਆਰ, ਜਿੱਥੇ ਜਾਵੇ ਨੇਤਾ ਇਹ ਤਾਂ ਪਹੁੰਚ ਜਾਂਦੀ ਨਾਲ, ਬੱਤੀ ਨੂੰ ਗਰਮੀ ਨੂੰ ਬੱਤੀ ਨੂੰ ਤੇ ਨੇਤਾ ਨੇ ਰੱਖਿਆ ਇਹ ਕੀਲ ਕਿ ਹੁੰਦੀ ਕੀ ਹੈ ਗਰਮੀ ਇਹਨੂੰ ਨਹੀਂ ਜੇ ਹੁੰਦਾ ਫੀਲ। ਉਸ ਤੋਂ ਹੈ ਬਾਅਦ ਆਉਂਦਾ ਢਿੱਡ ਵਾਲਾ ਵੱਟ, ਉਸ ਤੋਂ ਹੈ ਬਾਅਦ ਆਉਂਦਾ ਢਿੱਡ ਵਾਲਾ ਵੱਟ, ਉਤਰਾ ਨਹੀਂ ਹੁੰਦਾ ਖਾਧਾ ਜਾਂਦਾ ਵੱਧ ਘੱਟ, ਮਿੰਟ ਬਾਅਦ ਢਿੱਡ ਗੋੜ ਕਹਿੰਦਾ, ਬੰਦਾ ਦੇ ਵਿਚਾਰਾ ਫਿਰ ਸਫ਼ਰ 'ਚ ਰਹਿੰਦਾ। ਢਿੱਡ ਵਾਲੇ ਵੱਟ ਵਿੱਚ ਜੇ ਆ ਜਾਵੇ ਜੀਜਾ, ਸੁਣ ਲਓ ਉਹਦਾ ਵੀ ਕੀ ਹੁੰਦਾ ਇਹ ਨਤੀਜਾ, ਜੀਜੇ ਨੂੰ ਤੇ ਹਰ ਕੋਈ ਹਾਲ ਏਦਾਂ ਪੁੱਛਦਾ, ਕੀ ਹਾਲ ਜੀਜਾ ਤੇਰੇ ਢਿੱਡ ਵਾਲੇ ਵੱਟ ਦਾ, ਆਖਦੀ ਏ ਸਾਲੀ ਜੀਜਾ ਕਰਦੀ ਤੂੰ ਮਾਫ਼, ਪਰ ਪਹਿਲੋਂ ਆ ਤੂੰ ਪੇਟ ਕਰ ਸਾਫ਼, ਰੱਬ ਅੱਗੇ ਬੀਵੀ ਕਰੀ ਜਾਂਦੀ ਅਰਦਾਸ, ਧੁੱਪਣੇ ਨੀ ਕੱਪੜੇ ਸ਼ੁਰੂ ਬਰਸਾਤ। ਬੜਾ ਹੀ ਪਿਆਰਾ ਹੁੰਦਾ ਮੁੱਛ ਵਾਲਾ ਵੱਟ, ਬੜਾ ਹੀ ਪਿਆਰਾ ਹੁੰਦਾ ਮੁੱਛ ਵਾਲਾ ਵੱਟ, ਵੱਟ ਕਿੱਥੇ ਦੇਣਾ ਅੱਜ ਮੁੱਛ ਦਿੱਤੀ ਕੱਟ, ਮੁੱਛ ਨੂੰ ਤੇ ਜੱਟ ਹੱਥ ਪਾਉਣ ਨਹੀਂ ਸੀ ਦਿੰਦਾ, ਜੱਟ ਦਾ ਆ ਪੁੱਤ ਆ ਜਨਾਈ ਅੱਗੇ ਬਹਿੰਦਾ, ਜਦੋਂ ਦੀ ਆ ਸਾਡੀ ਅਣਖਿਆ ਘਟੀ ਉਦੋਂ ਦੀ ਆ ਸਾਡੀ ਫਿਰ ਮੁੱਛ ਗਈ ਕੱਟੀ, ਜਿਹੜਾ ਬੰਦਾ ਹੁੰਦਾ ਧਰਮ 'ਚ ਪੱਕਾ ਉਹੀਓ ਬੰਦਾ ਹੁੰਦਾ ਰੱਬ ਦਾ ਵੀ ਸੱਚਾ, ਧਰਮ ਦੇ ਨਾਲ ਵੱਧਦੀ ਜ਼ਿੰਮੇਵਾਰੀ ਤੇ ਸੋਹਣੀ ਪੱਗ ਨਾਲ ਹੁੰਦੀ ਸਰਦਾਰੀ। ਸਭ ਤੋਂ ਹੈ ਭੈੜਾ ਹੁੰਦਾ ਮੱਥੇ ਵਾਲਾ ਵੱਟ, ਜਿਸ ਘਰ ਪੈਂਦਾ ਆ ਮਹਿਮਾਨ ਆਉਂਦਾ ਘੱਟ, ਗਲਤੀ ਦੇ ਨਾਲ ਜੇ ਰਾਤ ਜਾਵੇ ਕੱਟ ਤੇ ਉੱਠ ਕੇ ਸਵੇਰੇ ਜਾਂਦਾ ਚਾਹ ਤੋਂ ਪਹਿਲੋਂ ਨੱਸ। ਇੱਕ ਹੋਰ ਹੁੰਦਾ ਅੰਗਰੇਜ਼ੀ ਵਾਲਾ ਵੱਟ, ਬੜਾ ਦੁੱਖ ਦੇਵੇ ਆਉਂਦੀ ਜਦੋਂ ਬੋਲਣੀ ਹੈ ਘੱਟ, ਕਸਟਮਰ ਕੇਅਰ ਤੋਂ ਫੋਨ ਜਦੋਂ ਆਉਂਦਾ ਭੱਜ ਕੇ ਆ ਫਿਸੇ ਫੇਰ ਕਿਸੇ ਹੋਰ ਨੂੰ ਫੜਾਉਂਦਾ। ਉਹ ਬੀਵੀ ਤੇ ਮੇਰੀ ਬੜੀ ਹੀ ਸ਼ੌਕੀਨ, ਇੱਕੋ ਹੀ ਗੱਲ ਮਾੜੀ ਜਿਹੜੀ ਨਹੀਂ ਜੇ ਦਿੰਦੀ ਪੀਣ, ਹੁੰਦਾ ਸੀ ਵਿਆਹ ਤੋਂ ਪਹਿਲੋਂ ਮੈਂ ਵੀ ਦੇਸੀ ਜੱਟ, ਪਾਉਂਦਾ ਸੀ ਪਜਾਮੇ ਉਹ ਤਾਂ ਹੁੰਦੇ ਵੱਟੋ ਵੱਟ, ਸੂਟ ਦਿਆਂ ਨਾਲ ਜਿਹੜੀ ਹੁੰਦੀ ਟਾਈ ਲਾਈ, ਬੰਨਣੀ ਆ ਕਿਵੇਂ ਇਹ ਵੀ ਉਹਨੇ ਆ ਸਿਖਾਈ, ਤੇ ਵੱਟ ਕੱਢਣ ਵਾਲਾ ਜੇ ਹੋਵੇ ਜੀਵਨ ਸਾਥੀ ਤੇ ਖੁਸ਼ੀਆਂ ਦੀ ਕਸਰ ਫਿਰ ਨਹੀਂ ਜੇ ਰਹਿੰਦੀ ਬਾਕੀ। ਉਹ ਅਜਮੇਰ ਪ੍ਰਦੇਸੀ ਕੱਢੇ ਬਹੁਤ ਸਾਰੇ ਵੱਟ, ਤੇ ਦੱਸ ਦਿਓ ਯਾਰੋ ਇਹ ਸੱਚ ਹੈ ਕਿ ਗੱਪ, ਹੁਣ ਤੁਸੀਂ ਦੱਸੋ ਵੀ ਇਹ ਸੱਚ ਹੈ ਕਿ ਗੱਪ। ਬਹੁਤ ਅੱਛਾ, ਬਹੁਤ ਅੱਛਾ। ਤੇ ਇਹ ਰੰਗ ਇਸ ਤਰ੍ਹਾਂ ਦਾ ਰੰਗ ਜਿਹੜਾ ਹਲਕਾ ਫੁਲਕਾ, ਕਿਉਂਕਿ ਜਿਹੜਾ ਇਹ ਗੀਤ ਸੰਗੀਤ ਹੈ ਇਹ ਸਾਨੂੰ ਬੁੱਧੀ ਤਲ ਤੋਂ ਹਿਰਦੇ ਤਲ ਤੇ ਲੈ ਆਉਂਦਾ। ਹਿਰਦੇ ਤਲ ਤੇ ਜਿਹੜਾ ਸਾਡਾ ਚੱਕਰ ਹੈ ਅਨਾਹਤ ਚੱਕਰ, ਜਿਹੜੇ ਸਪਿਰਿਚੁਅਲ ਖੋਜ ਦੇ ਮਾਹਰ ਨੇ ਅੱਜ ਕੱਲ੍ਹ ਸਾਇੰਸ ਵੀ ਦੱਸਣ ਲੱਗ ਪਈ, ਜਿਹੜਾ ਹਾਰਟ ਚੱਕਰ ਹੈ ਜਿਹਨੂੰ ਗੋਰੇ ਲੋਕ ਕਹਿੰਦੇ ਆ, ਇਹ ਅਨਾਹਤ ਚੱਕਰ ਹੈ। ਇਹ ਜਿਹੜਾ ਆਪਣਾ ਹਲਕਾ ਫੁਲਕਾ ਕਵੀ ਜੋ ਕਵਿਤਾਵਾਂ ਨੇ, ਕਾਵ ਰੰਗ ਹੈ, ਜੋ ਇਸ ਤਰ੍ਹਾਂ ਦੀ ਸ਼ਾਇਰੀ ਹੈ, ਔਰ ਇਹ ਭਾਵੇਂ ਮਜ਼ਈਆ ਹੋਵੇ, ਭਾਵੇਂ ਤੁਰੰਨਮ 'ਚ ਹੋਵੇ, ਔਰ ਭਾਵੇਂ ਇਹ ਗੀਤ ਸੰਗੀਤ ਨਾਲ ਹੋਵੇ, ਇਹ ਸਾਡੇ ਹਿਰਦੇ ਤਲ ਨੂੰ ਐਕਟਿਵ ਕਰਦੀ ਹੈ। ਅੰਦਰ ਪ੍ਰੇਮ ਵੱਧਦਾ ਹੈ, ਵੈਰਾਗ ਵੱਧਦਾ ਹੈ। ਔਰ ਇਹ ਜੋ ਖੋਜ ਕੀਤੀ ਹੈ ਖੋਜਕਾਰਾਂ ਨੇ ਕਿ ਸਭ ਤੋਂ ਪਹਿਲਾਂ ਸੰਗੀਤ ਔਰ ਇਹ ਜਿਹੜਾ ਗੀਤ ਸੰਗੀਤ ਇਹ ਬਣਾਇਆ ਹੀ ਸੰਤ ਮਹਾਂਪੁਰਸ਼ਾਂ ਨੇ ਸੀ, ਜਦੋਂ ਉਹਨਾਂ ਨੂੰ ਇਲਾਹੀ ਇੱਕ ਮਿਕ ਹੁੰਦੇ ਸੀ ਉਸ ਉੱਪਰ ਸ਼ਕਤੀ ਦੇ ਨਾਲ, ਤਾਂ ਉੱਪਰੋਂ ਮੈਸੇਜ ਆਉਂਦਾ ਸੀ, ਫਿਰ ਉਹ ਗਾ ਕੇ ਹੀ ਗੁਰੂ ਨਾਨਕ ਦੇਵ ਜੀ ਨੇ ਜੋ ਤਾਨਪੁਰਾ ਸੀ ਉਸ ਵੇਲੇ, ਉਹ ਮਰਦਾਨਾ ਜੀ, ਉਹਨਾਂ ਨਾਲ ਜੋ ਉਸ ਵੇਲੇ ਮੈਸੇਜ ਆਉਂਦਾ ਸੀ ਗਾ ਕੇ ਹੀ ਸੁਣਾਉਂਦੇ ਸੀ। ਬੜੇ ਬੜੇ ਸੰਤਾਂ ਮਹਾਂਪੁਰਸ਼ਾਂ ਨੇ ਇਹ ਗੀਤ ਸੰਗੀਤ ਇਹਨਾਂ ਦੀ ਦੇਣ ਹੈ। ਇਹ ਕਿਉਂ ਹੈ? ਕਿਉਂਕਿ ਇਹ ਹਿਰਦੇ ਤਲ ਤੇ ਲੈ ਆਉਂਦਾ, ਹਿਰਦੇ ਤਲ 'ਚ ਬੜੀ ਸ਼ਕਤੀ ਹੈ। ਦਸਮ ਪਿਤਾ ਨੇ ਕਿਹਾ ਜਿਨ ਪ੍ਰੇਮ ਕੀ ਉੱਤੇ ਨਹੀਂ ਪ੍ਰਾਪਾ, ਇਹ ਪ੍ਰੇਮ ਦਾ ਚੱਕਰ ਹੈ, ਇਹ ਅਨਾਹਤ ਚੱਕਰ ਜਿਹਨੂੰ ਕਿਹਾ ਗਿਆ ਅਧਿਆਤਮ ਦੀ ਲੈਂਗੁਏਜ ਦੇ ਵਿੱਚ। ਸੋ ਇਹ ਇੱਕ ਬੜਾ ਅੱਛਾ ਰੰਗ ਹੈ। ਸੋ ਜੋ ਹੁਣ ਆਪਣਾ ਟਰੈਕਟਰ ਰੈਲੀ ਹੁਣ ਕੱਢਣ ਜਾ ਰਹੇ ਨੇ, ਕਿੰਨਾ ਇੱਕ ਇਤਿਹਾਸ ਲਿਖਿਆ ਜਾਏਗਾ ਕਿ ਇੱਡੇ ਵੱਡੀ ਟਰੈਕਟਰ ਰੈਲੀ ਅੱਜ ਤੱਕ ਕਦੇ ਦੁਨੀਆ 'ਚ ਨਹੀਂ ਹੋਈ, ਔਰ ਕਿਸ ਤਰ੍ਹਾਂ ਜਾ ਰਹੇ ਨੇ ਲੋਕਾਂ ਦੇ ਵਿੱਚ ਜੋਸ਼। ਦੇਖੋ ਕਿ ਜਿੰਨੇ ਗੈਸ ਸਟੇਸ਼ਨ ਨੇ ਉਹਨੂੰ ਕਿਹਾ ਜੀ ਡੀਜ਼ਲ ਫ੍ਰੀ ਲੈ ਜਾਓ, ਜਿੰਨਾ ਕੋਈ ਲੰਗਰ ਦਾ ਹੋ ਰਿਹਾ, ਜਿੰਨਾ ਹਰਿਆਣੇ ਵਾਲੇ ਕੁਛ ਕਰ ਰਹੇ ਨੇ, ਉਹਨਾਂ ਨੇ ਆਪਣੇ ਘਰ ਹੀ ਖੋਲ ਦਿੱਤੇ, ਆਓ ਇੱਥੇ ਤੁਸੀਂ ਰਹੋ, ਇੱਥੇ ਇਸ਼ਨਾਨ ਕਰੋ, ਆਪਣੇ ਜੋ ਕੁਛ ਵੀ ਉਹ ਕਰ ਸਕਦੇ ਸੀ। ਯਾਨੀ ਕਿੰਨਾ ਪਿਆਰ ਹੈ ਇਸ ਸੰਘਰਸ਼ ਦੇ ਵਿੱਚੋਂ। ਇਹ ਸੰਘਰਸ਼ ਔਖਾ ਹੈ, ਬੜੀਆਂ ਮੁਸ਼ਕਲਾਂ ਹੋਈਆਂ, ਲੇਕਿਨ ਤੁਸੀਂ ਇਹ ਦੇਖੋ ਕਿ ਕਿੰਨਾ ਪਿਆਰ ਹੋਇਆ, ਔਰ ਕਿੰਨਾ ਨੌਜਵਾਨ ਕਿਵੇਂ ਉੱਠੇ ਨੇ, ਕਿਸ ਤਰ੍ਹਾਂ ਉਹਨੂੰ ਔਰਗਨਾਈਜ਼ ਕੀਤਾ। ਉੱਥੇ ਵਲੰਟਰਿਜ਼ਮ ਦੀ ਜਿਹੜੀ ਇੱਕ ਐਗਜ਼ਾਮਪਲ ਪੈਦਾ ਹੋ ਗਈ, ਔਰ ਕਿਸ ਤਰ੍ਹਾਂ ਇੱਕ ਲੱਗਦਾ ਹੈ ਕਿ ਜਿਹੜਾ ਸਾਡਾ ਵਤਨ 'ਚ ਜਿਸਲੇ ਮੁੜ ਕੇ ਜਾਣਗੇ ਪੰਜਾਬ ਦੇ ਵਿੱਚ,
ਇਹ ਜਿਹੜੇ ਗਲਤ ਬੰਦੇ ਨਹੀਂ ਚੁਣ ਹੋਣਗੇ, ਸਹੀ ਤੇ ਸਾਫ਼ ਬੰਦੇ ਹੀ ਅੱਗੇ ਆਉਣਗੇ। ਔਰ ਇਹ ਜਿਹੜਾ ਇੱਕ ਚੀਜ਼ ਹੈਗੀ ਹੈ ਕਿ 70 ਸਾਲ ਤੋਂ ਜੋ ਸਾਨੂੰ ਬੇਵਕੂਫ ਬਣਾਉਂਦੇ ਆ ਰਹੇ ਸੀ, ਸੋ ਇਹ ਅਸੀਂ ਪ੍ਰਵਾਸੀ ਦੂਰ ਬੈਠੇ ਦੇਖ ਰਹੇ ਹਾਂ, ਕਿਉਂਕਿ ਅਸੀਂ ਕੁਝ ਉਚਾਈ ਤੇ ਹਾਂ, ਅਸੀਂ ਕੁਝ ਸਮਝਦੇ ਹਾਂ, ਅਸੀਂ ਡੈਮੋਕ੍ਰੈਟਿਕ ਸਿਸਟਮ ਨੂੰ ਸਮਝਦੇ ਹਾਂ, ਅਸੀਂ ਲੋਕਤੰਤਰ ਨੂੰ ਸਮਝਦੇ ਹਾਂ। ਸੋ ਉੱਥੇ ਉਹਨਾਂ ਨੇ ਜੋ ਕੁਝ ਕੀਤਾ ਇਹ ਨੌਜਵਾਨ ਚੰਗੀ ਤਰ੍ਹਾਂ ਸਮਝ ਗਏ ਆ, ਔਰ ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਤੇ ਤਸੱਲੀ ਆ ਕਿ ਹਰਿਆਣਾ ਔਰ ਪੰਜਾਬ ਦੇ ਵਿੱਚ ਦੇਖੋ ਕਿੰਨਾ ਪਿਆਰ ਆ, ਕਿ ਕਿੰਨਾ ਇੱਕ ਜਿੱਦਾਂ ਸਕੇ ਭਰਾਵਾਂ ਔਰ ਵਾਕਈ ਉਹਨਾਂ ਨੇ ਕਮਾਲ ਕੀਤੀ ਆ। ਸੋ ਕਈ ਇਸ ਘੋਲ ਚੋਂ ਕਈ ਸਾਨੂੰ ਚੰਗੀਆਂ ਚੀਜ਼ਾਂ ਬੜੀਆਂ ਤਸੱਲੀ ਵਾਲੀਆਂ ਇਤਮੀਨਾਨ ਵਾਲੀਆਂ ਮਿਲੀਆਂ ਕਿ ਆਹ ਚੀਜ਼ਾਂ ਸਾਨੂੰ ਮਿਲੀਆਂ। ਔਰ ਦੇਖੋ ਕਿ 31 ਜਥੇਬੰਦੀਆਂ ਕਿਸ ਤਰ੍ਹਾਂ ਸਿਰ ਜੋੜ ਕੇ ਬੈਠੀਆਂ, ਔਰ ਕਿੰਨਾ ਉਹਨਾਂ 'ਚ ਇਤਫਾਕ ਦੇਖੋ, ਔਰ ਉਹਨਾਂ ਦਾ ਇੱਕ ਡਿਸਿਪਲਿਨ ਦੇਖੋ, ਇੱਕ ਅਨੁਸ਼ਾਸਨ ਦੇਖੋ, ਇੱਕ ਡੈਕੋਰਮ ਦੇਖੋ। ਸੋ ਬੜਾ ਸਿਰ ਝੁਕਦਾ ਉਹਨਾਂ ਅੱਗੇ, ਉਹਨਾਂ ਲੀਡਰਾਂ ਅੱਗੇ ਵੀ, ਬੜੇ ਨੌਜਵਾਨ ਗਏ ਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਗਰੇਵਾਲ ਜੀ ਨੂੰ ਕਿ ਕੁਛ ਉਹ ਨੌਜਵਾਨਾਂ ਬਾਰੇ ਜ਼ਰੂਰ ਕੁਛ ਪੇਸ਼ ਕਰਨ। ਗਰੇਵਾਲ ਜੀ। ਦਰਸ਼ਨ ਸਿੰਘ ਕੋਮਲ ਜੀ ਦੀ ਰਚਨਾ ਜੀ, ਇਹ ਅੱਜ ਤੋਂ ਕੋਈ ਉਹਨਾਂ ਨੇ ਘੱਟੋ ਘੱਟ 50 ਸਾਲ ਪਹਿਲਾਂ ਲਿਖੀ ਹੋਣੀ ਹੈ। ਇਰਸ਼ਾਦ ਇਰਸ਼ਾਦ। ਰੱਖ ਸਾਂਭ ਕੇ ਜਵਾਨਾ ਤੂੰ ਜਵਾਨੀ, ਉਹ ਕੋਈ ਛੱਡ ਜਾ ਤੂੰ ਜੱਗ ਤੇ ਨਿਸ਼ਾਨੀ। ਉਹ ਰੱਖ ਸਾਂਭ ਕੇ ਜਵਾਨਾ ਤੂੰ ਜਵਾਨੀ, ਕੋਈ ਜੱਗ ਉੱਤੇ ਛੱਡ ਜਾ ਨਿਸ਼ਾਨੀ। ਤੂੰ ਹੈ ਭਾਰਤ ਦਾ ਸ਼ੇਰ, ਬਾਂਕਾ ਗੱਭਰੂ ਬਹੁਤ ਦਲੇਰ। ਰੱਖ ਸਾਂਭ ਕੇ ਜਵਾਨਾ ਤੂੰ ਜਵਾਨੀ, ਜਵਾਨੀ ਜਵਾਨੀ। ਰੱਖ ਸਾਂਭ ਕੇ ਜਵਾਨਾ ਤੂੰ ਜਵਾਨੀ। ਤੇਰੇ ਹੁੰਦੇ ਹੁੰਦੇ ਕਿਹੜਾ ਤੇਰਾ ਦੇਸ਼ ਲੁੱਟ ਜਾਏ। ਐਸਾ ਕੌਣ ਹੈ ਆਜ਼ਾਦੀ ਦਾ ਜੋ ਬੂਟਾ ਪੱਟ ਜਾਏ। ਜੇ ਕੋਈ ਵੈਰੀ ਮਾਰੇ ਝੱਖ ਉਹਦੀ ਕੱਢ ਦਵੇਂ ਤੂੰ ਅੱਖ। ਛੱਡੇ ਯਾਦ ਕਰਾ ਕੇ ਨਾਨੀ, ਉਹ ਨਾਨੀ, ਉਹ ਨਾਨੀ। ਵੇਖ ਸਾਂਭ ਕੇ ਜਵਾਨਾ ਤੂੰ ਜਵਾਨੀ, ਉਹ ਰੱਖ ਸਾਂਭ ਕੇ ਜਵਾਨਾ ਤੂੰ ਜਵਾਨੀ। ਰੱਖ ਦੇਸ਼ 'ਚ ਅਮਨ ਜਿੰਦ ਜਾਨ ਵਾਰ ਕੇ, ਛਾਤੀ ਵੈਰੀ ਸਾਵੇਂ ਤਾਵੇਂ, ਛਾਤੀ ਵੈਰੀ ਸਾਵੇਂ ਤਾਣ ਚੰਨਾ ਲਲਕਾਰ ਕੇ। ਸਦਾ ਮਹਿਕੇ ਹਿੰਦ ਦਾ ਬਾਗ, ਲੱਗੇ ਸ਼ਾਨ ਨੂੰ ਨਾ ਦਾਗ। ਬਨ ਦੇਸ਼ ਲਈ ਤੂੰ ਮੌਤ ਦੀ ਹੈ ਗਾਨੀ, ਉਹ ਗਾਨੀ, ਉਹ ਗਾਨੀ। ਰੱਖ ਸਾਂਭ ਕੇ ਜਵਾਨਾ ਤੂੰ ਜਵਾਨੀ, ਉਹ ਕੋਈ ਛੱਡ ਜਾ ਤੂੰ ਜੱਗ ਤੇ ਨਿਸ਼ਾਨੀ। ਤੂੰ ਆਜ਼ਾਦੀ ਦੀ ਲੜਾਈ ਦਾ ਮੈਦਾਨ ਜਿੱਤਿਆ, ਸਾਵੇਂ ਗੋਲੀਆਂ ਦੇ ਬਣ ਕੇ ਚਟਾਨ ਜਿੱਤਿਆ। ਪਹਿਲਾਂ ਹੋ ਕੇ ਬਰਬਾਦ, ਪਿੱਛੋਂ ਹੋਇਆ ਏ ਆਬਾਦ। ਧੰਨ ਤੂੰ ਤੇ ਤੇਰੀ ਕੁਰਬਾਨੀ, ਕੁਰਬਾਨੀ, ਕੁਰਬਾਨੀ। ਰੱਖ ਸਾਂਭ ਕੇ ਜਵਾਨਾ ਤੂੰ ਜਵਾਨੀ। ਹਾਂਜੀ, ਨਸ਼ਿਆਂ ਵਾਲਾ ਹੁਣ ਪਹਿਰਾ ਦੇਖੋ, ਉਹਦੇ ਤੋਂ ਆਲਰੇਡੀ ਜੋ ਦਿੱਲੀ 'ਚ ਕੁਛ ਹੋ ਰਿਹਾ, ਉਹੀ ਨੌਜਵਾਨ ਸੇਵਾ ਕਰਦੇ ਨੇ। ਇੱਕ ਸੰਗਤ ਦਾ ਰੂਪ ਬਣ ਗਿਆ ਉੱਥੇ। ਉਹ ਮਾਵਾਂ ਭੈਣਾਂ ਨੂੰ ਆਪ ਵਰਤਾਉਂਦੇ ਫਿਰਦੇ ਆ, ਬਾਬਿਆਂ ਦੀ ਸੇਵਾ ਕਰਦੇ ਆ। ਹਰ ਪਾਸੇ ਜਾ ਕੇ ਨੌਜਵਾਨ ਮੂਹਰੇ ਆ, ਜਿਨ੍ਹਾਂ ਨੇ ਪੁਲਿਸ ਦੀਆਂ ਬਸ਼ਾਰਾਂ ਤੋਂ ਨਹੀਂ ਡਰੇ, ਨਾ ਉਹ ਪਾਣੀ ਦੀਆਂ ਕੈਨਨ ਸਟੋਏ ਉਹਨਾਂ ਨੇ ਪੱਟੇ, ਬੈਰੀਅਰ ਉਹਨਾਂ ਨੇ ਪੱਟੇ ਹੋਏ ਪਰੇ ਕੀਤੇ। ਸੋ ਉਹਨਾਂ ਲਈ ਪੁਰਾਣਾ ਪਹਿਰਾ ਇਹ। ਸੋ ਭੰਗ ਪੋਸ ਤਾਂ ਫੀਮਾਂ ਦਾ ਧਿਆਨ ਛੱਡ ਦੇ, ਮੈਂ ਨੀ ਚੁਣ ਚੁਣ ਦੇਸ਼ ਚੋਂ ਬੁਰਾਈਆਂ ਕੱਢ ਦੇ। ਚੰਨਾ ਹੋ ਕੇ ਤੂੰ ਨਿਝੱਕ, ਫੱਟੇ ਵੈਰੀਆਂ ਦੇ ਚੱਕ। ਤੇਰੀ ਤਾਕ ਪਵੇ ਅਸਮਾਨੀ, ਅਸਮਾਨੀ, ਅਸਮਾਨੀ। ਰੱਖ ਸਾਂਭ ਕੇ ਜਵਾਨਾ ਤੂੰ ਜਵਾਨੀ, ਉਹ ਕੋਈ ਜੱਗ ਉੱਤੇ ਛੱਡ ਜਾ ਨਿਸ਼ਾਨੀ। ਤੂੰ ਹੈ ਭਾਰਤ ਦਾ ਸ਼ੇਰ, ਬਾਂਕਾ ਗੱਭਰੂ ਬਹੁਤ ਦਲੇਰ। ਰੱਖ ਸਾਂਭ ਕੇ ਜਵਾਨਾ ਤੂੰ ਜਵਾਨੀ, ਜਵਾਨੀ, ਜਵਾਨੀ। ਰੱਖ ਸਾਂਭ ਕੇ ਜਵਾਨਾ ਤੂੰ ਜਵਾਨੀ, ਉਹ ਰੱਖ ਸਾਂਭ ਕੇ ਜਵਾਨਾ ਤੂੰ ਜਵਾਨੀ। ਵਾਹ 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 ਵਾਹ। ਬਹੁਤ ਇੱਕ ਜਵਾਨਾਂ ਦੇ ਨੂੰ ਇੱਕ ਹੱਲਾ ਸ਼ੇਰੀ। ਔਰ ਇਤਿਹਾਸ ਲਿਖਦਾ ਹੈ ਕਿ ਜਿਸ ਵੇਲੇ ਵੀ.ਆਈ. ਲੈਨਨ ਨੇ ਇਨਕਲਾਬ ਲਿਆਂਦਾ
ਤੇ ਉਸ ਤੋਂ ਕੁਝ ਸਮਾਂ ਬਾਅਦ ਕਿਸੇ ਹੋਰ ਕੰਟਰੀ ਦੇ ਇੱਕ ਜਿਹੜਾ ਸੀਗਾ ਪ੍ਰਾਈਮ ਮਿਨਿਸਟਰ ਉਹਨੂੰ ਮਿਲਿਆ ਤੇ ਉਹਨੂੰ ਕਹਿੰਦਾ ਕਿ ਤੂੰ ਇਸ ਕੰਟਰੀ ਦਾ ਤਾਂ ਇਨਕਲਾਬ ਲਿਆਂਦਾ, ਮੇਰੇ ਕੰਟਰੀ ਦਾ ਫਿਊਚਰ ਕੀ ਹੋਊਗਾ। ਤਾਂ ਲੈਨਨ ਨੇ ਉਹਨੂੰ ਕਿਹਾ ਵੀ ਤੂੰ ਆਪਣੇ ਕੰਟਰੀ ਦੇ ਕੁਝ ਨੌਜਵਾਨ ਮੈਨੂੰ ਮਿਲਾ ਦੇ, ਮੈਂ ਉਹਨਾਂ ਨਾਲ ਗੱਲਾਂ ਕਰਾਂਗਾ, ਉਹਨਾਂ ਦੇ ਮੈਂ ਗੀਤ ਸੁਣਾਂਗਾ, ਉਹਨਾਂ ਦੀਆਂ ਮੈਂ ਭਾਵਨਾਵਾਂ ਸੁਣਾਂਗਾ, ਮੈਂ ਉਹਨਾਂ ਨੌਜਵਾਨਾਂ ਨੂੰ ਸੁਣਨ ਤੋਂ ਬਾਅਦ ਹੀ ਮੈਂ ਦੱਸ ਦਊਂਗਾ ਤੇਰਾ ਕੰਟਰੀ ਕਿੱਧਰ ਨੂੰ ਜਾਊਗਾ। ਸੋ ਇਹ ਨੌਜਵਾਨਾਂ ਨੇ ਹੀ ਮੋਢਿਆਂ ਤੇ ਬੜਾ ਵੱਡਾ ਭਾਰ ਆ। ਸੋ ਇਹ ਜੋ ਪੰਜਾਬ ਦੇ ਵਿੱਚ ਹੁਣ ਨੌਜਵਾਨ ਜਿਸਲੇ ਜਾਣਗੇ ਔਰ ਜਿਸ ਤਰ੍ਹਾਂ ਘਰ ਘਰ ਉੱਥੇ ਕਿਸਾਨੀ ਝੰਡੇ ਲਹਿਰਾ ਰਹੇ ਨੇ, ਮੈਂ ਹੁਣ ਗਰੇਵਾਲ ਸਾਹਿਬ ਦੇ ਇੱਕ ਜਿਹੜਾ ਬੜੀ ਸੋਚ ਬੜੀ ਉਚਾਈ ਤੇ ਹੈ ਔਰ ਉਹਨਾਂ ਦੇ ਬ੍ਰਦਰ ਜੋ ਹੈ ਨੇ ਉਹ ਕੈਨੇਡਾ ਦੇ ਵਿੱਚ ਗਵਰਨਮੈਂਟ ਆਫ ਕੈਨੇਡਾ ਦੇ ਵਿੱਚ MP ਗਰੇਵਾਲ ਸਾਹਿਬ ਸੇਵਾ ਕਰ ਰਹੇ ਨੇ, ਬੜਾ ਉਹਨਾਂ ਦਾ ਵੀ ਤਜਰਬਾ ਹੈ। ਮੈਂ ਹੁਣ ਕੁਝ ਜਾਣਨਾ ਚਾਹੁੰਦਾ ਕਿ ਉਹ ਆਪਾਂ ਇਸ ਕਵਿਤਾਵਾਂ ਤੋਂ ਬਾਅਦ ਇਹ ਜੋ ਹੁਣ ਸਾਨੂੰ ਇਹ ਦੱਸਣ ਕਿ ਜੋ ਹੁਣ ਇੱਕ ਜਿੱਡੀ ਵੱਡੀ ਟਰੈਕਟਰ ਰੈਲੀ ਹੋ ਰਹੀ ਆ ਜਾਂ ਜੋ ਇਹ ਬਾਅਦ ਦੇ ਵਿੱਚ ਪੰਜਾਬ ਸਾਡਾ ਕੀ ਭਵਿੱਖ ਹੋਊਗਾ, ਇਹਦੇ ਬਾਰੇ ਸਾਨੂੰ ਉਹ 3-4 ਮਿੰਟ ਆਪਣੇ ਵਿਚਾਰ ਦੇਣ ਮਾਨਯੋਗ ਗਰੇਵਾਲ ਸਾਹਿਬ। ਵੀਰ ਜੀ ਤੁਸੀਂ ਗੁਰਮੰਤ ਗਰੇਵਾਲ ਨੂੰ ਕਿਹਾ? ਨਹੀਂ, ਆਪ ਜੀ ਨੂੰ ਕਹੇ ਤੁਹਾਨੂੰ। ਸੌਰੀ, ਮੈਨੂੰ ਲੱਗਿਆ ਮੈਂ ਕਿਹਾ ਸ਼ਾਇਦ ਮੈਂ ਮਿਕਸ ਅਪ ਉਹਨਾਂ ਦਾ ਨਾਮ ਬੰਦੇ ਹੀ ਸਰ ਦੋ ਨੇ, ਰਾਜਨੀਤੀ ਚ ਨੇ, ਬੰਦੇ 2-3 ਨੇ ਆਪਾਂ ਸਾਹਮਣੇ। ਰੈਲੀ ਦਾ ਦੇਖੋ ਇਹ ਵੀ ਇੱਥੋਂ ਆਪਣੇ, ਕਿਉਂਕਿ ਆਪਾਂ ਨੂੰ ਫੇਸਬੁੱਕ ਨੇ ਬਲੌਕ ਕਰਤਾ ਸੀ ਜੀ, ਸੋ ਆਪਣੀਆਂ ਸਾਰਿਆਂ ਦੀਆਂ ਐਫਰਟਸ ਦੇ ਨਾਲ ਆਪਾਂ ਅੱਜ ਲਾਈਵ ਹੋਏ ਆ ਕਿਸੇ ਹੋਰ ਲਿੰਕ ਦੇ ਰਾਹੀਂ। ਤੇ ਕਹਿੰਦੇ ਨੇ ਕਿ 96,000 ਦੇ ਕਰੀਬ ਉੱਥੇ ਟਰੈਕਟਰ ਨੇ ਜੀ, ਤੇ 12 ਮਿਲੀਅਨ ਦੇ ਕਰੀਬ ਕਹਿ ਰਹੇ ਨੇ ਆਪਣੇ ਤਕਰੀਬਨ ਕਿਸਾਨ ਇਕੱਠੇ ਹੋਏ ਨੇ। ਸੋ ਸ਼ਾਇਦ ਉਹ 1-1.5 ਵਜੇ ਤੋਂ ਬਾਅਦ ਜਦੋਂ 26 ਜਨਵਰੀ ਦੇ ਉਹਨਾਂ ਦੇ ਪ੍ਰੋਗਰਾਮ ਬੰਦ ਹੋ ਗਏ ਤਾਂ ਫਿਰ ਆਪਾਂ ਉੱਥੇ ਟਰੈਕਟਰ ਰੈਲੀ ਕਰ ਰਹੇ ਹਾਂ ਜੀ। ਤੇ ਹੁਣ ਇਨਰ ਰੋਡ ਤੇ ਹੋ ਰਹੀ ਹੈ, ਪਹਿਲਾਂ ਵਾਂਗੂ ਰਿੰਗ ਰੋਡ ਤੇ ਨਹੀਂ ਗੀ। ਤੇ ਆਪਣੇ ਗਰੁੱਪ ਦੀ ਕਹਿ ਲਓ ਬਈ ਕੋਸ਼ਿਸ਼ ਇਹ ਹੈ, ਸੋਚ ਕਾਮਯਾਬ ਹੋਇਆ ਆਪਾਂ ਵੀ ਆਪਾਂ ਇਹਨੂੰ ਲਾਈਵ ਲੈ ਕੇ ਆਵਾਂਗੇ। ਸੋ ਆਪਣੇ ਰਾਤ ਦੇ ਕੁਝ ਵਜੇ ਹੋਣਗੇ, ਪਰ ਆਪਣੇ ਸਾਰੇ ਗਰੁੱਪ ਦੀ ਐਫਰਟ ਨਾਲ ਜਿਹੜੇ ਵੀਰ ਮਿਹਨਤ ਕਰਦੇ ਨੇ ਉਹ ਉੱਥੇ ਔਨ ਸਾਈਟ ਹੋਣਗੇ ਤੇ ਉਹ ਆਪਾਂ ਲਾਈਵ ਬ੍ਰੌਡਕਾਸਟ ਕਰਾਂਗੇ। ਸੋ ਅਵੇਅਰਨੈਸ ਦਾ ਬਹੁਤ ਵਧੀਆ ਚਿੰਨ੍ਹ ਆ ਜੀ, ਕਿਉਂਕਿ ਦੁਨੀਆ ਭਰ 'ਚ ਦੇਖਣਗੇ ਕਿ 2 ਰਿਪਬਲਿਕ ਡੇ 26 ਜਨਵਰੀ ਦੇ ਮਨਾਏ ਨੇ। ਸੋ ਆਪਣੀ ਇਹ ਜਿਹੜੀ ਰੈਲੀ ਆ ਉਹਦਾ ਮਹੱਤਵ ਬਹੁਤ ਹੈ। ਹਰ ਇੱਕ ਪੰਜਾਬੀ ਨੂੰ ਚਾਹੀਦਾ ਜਿਵੇਂ ਕਿਵੇਂ ਵੀ ਆਪਦਾ ਤਨੋ ਮਨੋ ਧਨੋ ਇਹ 'ਚ ਯੋਗਦਾਨ ਪਾ ਸਕਦੇ ਨੇ, ਉਹ ਪਾਉਣਾ ਬਣਦਾ ਜੀ। ਤੇ ਗਾਂ ਨੂੰ ਆਪਾਂ ਸਾਰੇ ਇਕੱਠੇ ਹੋ ਕੇ ਕੋਈ ਇਹੋ ਜਿਹਾ ਗਰੁੱਪ ਬਣਾਈਏ ਜਿਹਦੇ 'ਚ ਆਪਾਂ ਕਿਸਾਨਾਂ ਲਈ ਕੋਈ ਭਲੇ ਦੀ ਗੱਲ ਸੋਚ ਸਕੀਏ, ਉਹਨਾਂ ਦਾ ਕੋਈ ਫਾਇਦਾ ਕਰੀਏ, ਕੋਈ ਉਹਨਾਂ ਨੂੰ ਐਗਰੀਕਲਚਰ ਕ੍ਰੌਪਸ, ਕੋਈ ਟੈਕਨੀਕਸ, ਕੋਈ ਨਵੀਂ ਕ੍ਰੌਪਸ, ਕੋਈ ਡਿਵਰਸੀਫਿਕੇਸ਼ਨ, ਕੋਈ ਕੋਆਪਸ ਵੱਲ ਲੈ ਕੇ ਚੱਲੀਏ। ਜਿਵੇਂ ਕਿ ਪਹਿਲਾਂ ਵੀ ਜਿਵੇਂ ਤੁਸੀਂ ਵੀਰ ਜੀ ਦਾ ਕੱਲ ਜ਼ਿਕਰ ਕੀਤਾ ਸੀਗਾ, ਉਹ ਤੇ ਬਾਲਮਕਨ ਜੀ ਸ਼ਰਮਾ, ਉਹ ਦੋਨਾਂ ਨੇ ਆਲਰੇਡੀ ਵਲੰਟੀਅਰ ਕਰਨ ਲਈ ਉਹ ਤਿਆਰ ਨੇ। ਸੋ ਆਪਣਾ ਸਾਰਿਆਂ NRI ਵੀਰਾਂ ਦਾ ਫਰਜ਼ ਬਣਦਾ ਵੀ ਆਪਾਂ ਇਹ ਕਿਸਾਨ ਭਰਾਵਾਂ ਲਈ ਆਪਾਂ ਚੰਗੇ ਉਦਮ ਚੱਕੀਏ। ਆਪਣੇ ਇਹ ਚਰਚਾ ਪ੍ਰੋਗਰਾਮ ਤੇ ਸਾਰੇ ਜਦੋਂ ਜੁੜਦੇ ਨੇ, ਬਹੁਤ ਵਧੀਆ ਵਧੀਆ ਸ਼ਖਸੀਅਤਾਂ ਆਈਆਂ ਨੇ, ਗੌਰਮੈਂਟ ਨੂੰ ਫਿਕਰ ਪਿਆ ਹੋਇਆ, ਆਪਣੀ ਬੁਲੰਦ ਆਵਾਜ਼ ਆ ਜਿਹੜੀ ਉਹ ਬੜੀ ਦਮ ਵਾਲੀ ਹੈ। ਸੋ ਆਪਾਂ ਸਾਰੇ ਬੜੇ ਜੋਸ਼ ਨਾਲ ਤੇ ਬੜੇ ਹੋਸ਼ ਨਾਲ ਬਾਕੀਆਂ ਦੇ ਨਾਲ ਰਲ ਕੇ ਆਪਾਂ ਉਹ 'ਚ ਜਿਹੜਾ ਸਾਥ ਦੇ ਰਹੇ ਹਾਂ ਉਹ ਸ਼ਲਾਘਾਯੋਗ ਹੈ। ਬਹੁਤ ਅੱਛੀ ਗੱਲ ਆ ਕਿ ਜਿਸ ਤਰ੍ਹਾਂ ਤੁਸੀਂ ਕੋਆਪਰੇਟਿਵ ਦੀ ਗੱਲ ਕੀਤੀ ਆ, ਸੋ ਕੋਆਪਰੇਟਿਵ ਅਦਾਰੇ ਪੰਜਾਬ 'ਚ ਕਾਫੀ ਵਧੀਆ ਕੰਮ ਕਰ ਰਹੇ ਨੇ। ਤੋ ਇੱਕ ਸਾਡੇ ਪਿੰਡਾਂ ਦੇ ਕੋਲ, ਬੰਗੇ ਦੇ ਕੋਲ ਇੱਕ ਮਾਲਗਾਲਾ ਪਿੰਡ ਹੈ, ਉਹਨਾਂ ਨੇ ਕੋਆਪਰੇਟਿਵ ਸੋਸਾਇਟੀ ਬਣਾਈ ਆ ਔਰ ਉੱਥੇ 35 ਮੁਲਾਜ਼ਮ ਨੇ ਔਰ ਹਰ ਚੀਜ਼ ਉੱਥੇ ਅਵੇਲੇਬਲ ਆ। ਔਰ ਉਸ ਸੁਸਾਇਟੀ ਕੋਲ ਹਰ ਕੋਲ ਜਿੰਨੇ ਐਗਰੀਕਲਚਰ ਲਈ ਇੰਪਲੀਮੈਂਟਸ ਚਾਹੀਦੇ ਨੇ, ਈਵਨ ਕਿ ਜਿਹੜੀ ਪਰਾਲੀ ਦੀ ਪ੍ਰੋਬਲਮ ਆ ਉਹਨੂੰ ਸੋਲਵ ਕਰਨ ਲਈ ਉਹ ਕਿਰਾਏ ਤੇ ਦਿੰਦੇ। ਸੋ ਕਹਿਣ ਦਾ ਮਤਲਬ ਇਸ ਤਰ੍ਹਾਂ ਇੱਕ ਕੋਆਪਰੇਟਿਵ, ਜਿਸ ਤਰ੍ਹਾਂ ਮੈਂ ਦੇਖਿਆ ਇੱਥੇ ਜਾ ਕੇ ਗੁਜਰਾਤ ਦੇ ਵਿੱਚ ਜਿਹੜੀ ਆਨੰਦ ਹੈ, ਜਿਹੜਾ ਮਿਲਕ ਪਲਾਂਟ ਹੈ, ਕੋਆਪਰੇਟਿਵ ਹੈ, ਉਹਦਾ ਆਨੰਦ ਦਾ ਬੜਾ ਨਾਮ ਹੈ। ਇਸ ਤਰ੍ਹਾਂ ਜੇ ਕੀਤਾ ਜਾਵੇ ਤੇ ਗਾਈਡੈਂਸ ਦੀ ਲੋੜ ਹੈ, ਨਾਟ ਫਾਈਨੈਂਸ਼ੀਅਲੀ ਹੈਲਪ ਦੀ ਲੋੜ ਨਹੀਂ ਹੈ। ਟ੍ਰੇਨਿੰਗ, ਗਾਈਡੈਂਸ ਔਰ ਬੜੀਆਂ ਅੱਛੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਕਿ ਉਹ ਉਧਰ ਹੋ ਸਕਦੇ। ਮੈਂ ਹੁਣ
ਦੇਖ ਰਿਹਾ ਸੀ ਕਿ ਗੁਰਦਾਸਪੁਰ 'ਚ ਕਿਸੇ ਨੇ ਐਵਾਕਾਡੋ ਦਾ ਬਾਗ ਲਾਇਆ ਔਰ ਉਹ ਫਲ ਉਤਰੇ ਬੜਾ ਉਹਦਾ ਮਹਿੰਗਾ ਵਿਕ ਰਿਹਾ। ਸੋ ਕਹਿਣ ਦਾ ਮਤਲਬ ਇਹ ਇੱਧਰੋਂ ਧਿਆਨ ਨਹੀਂ ਹੈ। ਸਾਡੇ ਇੱਕ ਲੀਡਰ ਹੈਗੇ, ਮੈਂ ਨਾਂ ਨਹੀਂ ਲੈਣਾ ਉਹਨਾਂ ਦਾ, ਉਹ ਹਰ ਵਾਰੀ ਕਹਿੰਦੇ ਆ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਗੇ, ਕੈਲੀਫੋਰਨੀਆ ਬਣਾ ਦੇਣਗੇ। 70 ਸਾਲ ਤੋਂ ਕੈਲੀਫੋਰਨੀਆ ਦਾ ਇੱਕ ਵੀ ਚੀਜ਼ ਉਹ ਲੈ ਕੇ ਨਹੀਂ ਗਏ, ਇੱਕ ਵੀ ਉੱਥੇ ਜਿਹੜੀ ਚੀਜ਼ ਆ, ਟੈਕਨੀਕ ਆ, ਜੋ ਵੀ ਉੱਥੋਂ ਦਾ ਕੋਈ ਗੱਲ ਆ, ਕੁਛ ਨਹੀਂ ਲੈ ਕੇ ਗਏ। ਸਿਰਫ ਕੈਲੀਫੋਰਨੀਆ ਦੇ ਨਾਂ ਦੇ ਨਾਲ ਹੀ ਉਹ ਜੋ ਠੱਗੀ ਠੋਰੀ ਆਪਣੀ ਚਲਾਉਂਦੇ ਰਹੇ। ਸੋ ਕਹਿਣ ਦਾ ਮਤਲਬ ਇਹ ਆ ਕਿ ਬਹੁਤ ਕੁਛ ਗਾਈਡੈਂਸ ਦੇ ਪ੍ਰੋਜੈਕਟ ਹੋਣ, ਟ੍ਰੇਨਿੰਗ ਸੈਂਟਰ ਹੋਣ, ਕਿ ਜਿੱਥੋਂ ਪਤਾ ਲੱਗੇ ਕਿ ਇਹ ਇਸ ਤਰ੍ਹਾਂ ਐਗਰੀਕਲਚਰ ਹੋ ਸਕਦਾ। ਪਾਣੀ ਦੀ ਬੜੀ ਪ੍ਰੋਬਲਮ ਹੈ ਕਈ ਕੰਟਰੀ ਨੇ ਵਰਲਡ 'ਚ, ਜਿੱਥੇ ਬਹੁਤ ਘੱਟ ਪਾਣੀ ਹੈ ਲੇਕਿਨ ਫਸਲ ਉਹਨਾਂ ਦੀ ਪੂਰੀ ਹੈ। ਉਹ ਯੂਨਿਟਾਂ ਦੀ ਉੱਥੇ ਟ੍ਰੇਨਿੰਗ ਦਿੱਤੀ ਜਾਵੇ। ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਫਾਈਨੈਂਸ਼ੀਅਲ ਹੈਲਪ ਕੀਤੀ ਜਾਵੇ, ਕਿ ਲੇਕਿਨ ਉਹ ਜਿਹੜੇ ਟ੍ਰੇਨਿੰਗ ਸੈਂਟਰ ਨੇ ਉਹਨਾਂ 'ਚ ਇਹ ਕੀਤਾ ਜਾਵੇ, ਜੋ ਸਾਡੀਆਂ ਯੂਨੀਵਰਸਿਟੀ ਨੇ ਉਹਨਾਂ ਦੇ ਨਾਲ ਮਿਲ ਕੇ ਪ੍ਰੋਜੈਕਟ ਬਣਾਏ ਜਾਣ। ਕੋਆਪਰੇਟਿਵ ਪ੍ਰੋਜੈਕਟ ਬੜੇ ਕਾਮਯਾਬ ਨੇ ਪੰਜਾਬ ਦੇ ਵਿੱਚ, ਲੇਕਿਨ ਉਹਨਾਂ ਨੂੰ ਇੱਕ ਸਾਫ਼ ਰਾਜਨੀਤੀ ਚਾਹੀਦੀ ਆ, ਕਿਉਂਕਿ ਜੋ ਉੱਥੇ ਢਾਂਚਾ ਹੋ ਚੁੱਕਾ ਉਹ ਬਿਲਕੁਲ ਜਿੱਦਾਂ ਕਹਿ ਲਓ ਕਰਪਸ਼ਨ ਦੇ ਨੇ। ਕੋਈ ਵੀ ਕੰਮ ਕਰ ਲਓ ਮਿਸਯੂਜ਼ ਵੀ ਨਾਲ ਸ਼ੁਰੂ ਆ, ਕੋਈ ਸਹੂਲਤ ਦੇ ਲਓ ਨਾਲ ਮਿਸਯੂਜ਼ ਆ ਔਰ ਕਰਪਸ਼ਨ ਆ। ਇਸ ਤਰ੍ਹਾਂ ਦੀ ਕੋਈ ਸਾਫ਼ ਸੁਥਰੀ ਜੋ ਹੁਣ ਆਸ ਤਾਂ ਵੱਜੀ ਹੈ ਕਿ ਇਸ ਤਰ੍ਹਾਂ ਦੀ ਹੋਣਗੀਆਂ। ਹੁਣ ਈਵਨ ਕਿ 200 ਪਿੰਡ ਪੰਜਾਬ 'ਚ ਐਸਾ ਹੈ ਜਿਨ੍ਹਾਂ ਤੇ ਕਿ NRIs ਨੇ ਬਹੁਤ ਸੋਹਣਾ ਕੰਮ ਕੀਤਾ। ਅਸੀਂ ਵੀ ਕਈ ਜਿਹੜੇ ਸਾਡੇ ਪਿੰਡ ਸਾਡੇ ਦੋਸਤਾਂ ਦੇ ਸੀ, ਅੱਛੇ ਕੰਮ ਕੀਤੇ ਆ। ਉਥੋਂ ਹੁਣ YouTube ਦੇ ਉੱਤੇ ਉਹ ਪਏ ਹੋਏ ਨੇ ਪੰਜਾਬ ਦੇ, ਔਰ ਅੱਛੇ ਪਿੰਡ ਨੇ ਕਿ ਉਹਨਾਂ ਨੇ ਕਿਸ ਤਰ੍ਹਾਂ ਚੱਪੜ ਪੂਰ ਕੇ ਪਾਰਕਾਂ ਬਣਾਈਆਂ, ਕਿਸ ਤਰ੍ਹਾਂ ਅੰਡਰਗਰਾਊਂਡ ਸਿਸਟਮ ਕੀਤਾ। ਸੋ ਇੱਕ ਹੁਣ ਪਤਾ ਲੱਗਾ ਪਿੱਛੇ ਜਿਹੇ ਇੱਕ ਪਿੰਡ ਆ, ਉਹਨਾਂ ਨੇ NRIs ਨੇ ਕਿਹਾ ਵੀ ਚਲੋ ਬਣਾ ਲਓ, ਤਾਂ ਗਵਰਨਮੈਂਟ ਨੇ 32 ਲੱਖ ਦਾ ਦਿੱਤਾ ਸੀਵਰੇਜ। ਉਹਨਾਂ ਨੇ ਕਿਹਾ ਅਸੀਂ 32 ਲੱਖ ਕੀ ਲੈਣਾ, ਉਹਨਾਂ ਨੇ 4 ਲੱਖ ਦੇ ਵਿੱਚ ਉਹ ਸੀਵਰੇਜ ਪਾ ਲਿਆ। ਸੋ ਕਹਿਣ ਦਾ ਮਤਲਬ ਇਹ ਜਿਹੜਾ ਵਿੱਚ ਇਹ ਜਿਹੜੀ ਹੇਰਾਫੇਰੀ ਵਿੱਚ ਜਿਹੜੀ ਕਰਪਸ਼ਨ, ਇਹ ਜਿਹੜਾ ਸਿਸਟਮ ਆ, ਸੋ ਜੇ ਇਸ ਤਰ੍ਹਾਂ ਸਾਫ਼ ਸੁਥਰੇ ਕੋਈ ਚੀਜ਼ਾਂ ਬਣਾਈਆਂ ਜਾਣ, ਪ੍ਰਵਾਸੀ ਜਿਹੜੇ ਨੇ ਉਹ ਸਮਝਦੇ ਆ ਕਿ ਇਹ ਆਪਣੇ ਵਤਨ ਦੀ ਉਹਨਾਂ ਦੇ ਮਨ 'ਚ ਪੀੜ ਹੈਗੀ ਆ ਔਰ ਉਹ ਕੁਛ ਕਰਦੇ ਨੇ ਕੁਛ ਨਾ ਕੁਛ, ਲੇਕਿਨ ਜੋ ਉੱਥੋਂ ਦਾ ਸਿਸਟਮ ਦਾ ਕਰਪਟ ਹੋ ਚੁੱਕਾ, ਬਿੜਾ ਬੈਠ ਚੁੱਕਾ। ਸੋ ਕਈ NRI ਨੇ ਉੱਥੇ ਪ੍ਰੋਜੈਕਟ ਸ਼ੁਰੂ ਕੀਤੇ ਲੇਕਿਨ ਵਿੱਚੇ ਹੀ ਛੱਡ ਕੇ ਆ ਗਏ, ਕਿਉਂਕਿ ਉੱਥੇ ਇੰਸਪੈਕਟਰ ਰਾਜ ਇੰਨਾ ਆ ਕਿ ਰੋਜ਼ ਕੋਈ ਨਾ ਕੋਈ ਉਹਨਾਂ ਨੂੰ ਆਪਣਾ ਕਰਪਸ਼ਨ ਦੇ 'ਚ ਉਹਨਾਂ ਦੀ ਜਿਹੜੀ ਸੋਚ ਹੈ ਛਿੱਲਣ ਦੀ। ਬਿਲਕੁਲ ਇਸ ਕਰਕੇ ਬਿਲਕੁਲ ਮੈਂ ਤੁਹਾਡੇ ਇੱਥੇ ਨਾਲ ਸਗੋਂ ਇਹਦੇ 'ਚ ਇਹ ਬੜਾ ਪੁਆਇੰਟ ਐਡ ਕਰਨ ਲੱਗਿਆ ਬਈ ਪੰਜਾਬ 'ਚ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਵੀ ਪਿਛਲੇ ਇੰਨੇ ਸਾਲਾਂ ਤੋਂ ਵੀ ਆਪਾਂ ਸੁਣਦੇ ਹੀ ਆ ਰਹੇ ਹਾਂ, ਪੰਜਾਬ 'ਚ ਜੁਮਲੇਬਾਜ਼ੀ ਹੋਈ ਆ ਜੀ ਹਾਲੇ ਤੱਕ। ਬਿਲਕੁਲ ਸਹੀ, ਬਿਲਕੁਲ ਸਹੀ। ਉਸ ਜੁਮਲੇ ਦੇ ਵਿੱਚ ਥਾਂ ਤੇ ਮੋਹਰਾਂ ਤਾਂ ਜ਼ਰੂਰ ਲਾਤੀਆਂ ਉਹਨਾਂ ਨੇ ਆਪਦੀ, ਮੈਂ ਵੀ ਨਹੀਂ ਨਾਂ ਲੈਂਦਾ, ਮੋਹਰਾਂ ਬਹੁਤ ਨੇ ਪਰ ਕੰਮ ਕਿਤੇ ਨਹੀਂ ਹੋਇਆ ਕਿਸੇ ਵੀ ਡਿਸਟ੍ਰਿਕਟ 'ਚ। ਨਾ ਸਾਡੀ ਸੜਕਾਂ ਦੀ ਹਾਲਤ ਚੰਗੀ, ਨਾ ਸਾਡੇ ਪੁਲਾਂ ਦੀ ਹਾਲਤ ਚੰਗੀ, ਨਾ ਸਾਡੀ ਇਨਫਰਾਸਟ੍ਰਕਚਰ ਕਿਤੇ ਗਈ। ਠੀਕ ਆ ਤੁਸੀਂ ਹਾਈਵੇ ਕਹਿੰਦੇ ਹੋ 5 ਤੱਕ ਸੈਂਟਰ ਦੀ ਸਪੋਰਟ ਨਾਲ ਬਣਾਤਾ, ਇੰਨੇ ਲੇਨ ਬਣਾਤਾ, ਪਰ ਉਹ ਸਭ ਜੁਮਲੇ ਹੀ ਨੇ ਜੀ ਵੀ ਤੁਸੀਂ ਐ ਚਿਣ ਕੇ ਬੈਠੇ ਹੋਏ ਕਰੋਗੇ ਹਮਰ 'ਚ। ਇਹ ਜਿਹੜੇ ਜੁਮਲੇ ਨੇ ਕਿਸਾਨਾਂ ਨੂੰ ਨਹੀਂ ਚਾਹੀਦੇ। ਉਹ ਜਾਗਰਤੀ, ਉਹ ਰੈਵੋਲੂਸ਼ਨ ਆ ਚੁੱਕਿਆ ਕਿ ਹੁਣ ਸਾਨੂੰ ਜੁਮਲੇ ਨਹੀਂ ਚਾਹੀਦੇ, ਹੁਣ ਅਸੀਂ ਆਪ ਹੀ ਟੇਕ ਓਵਰ ਕਰ ਲੈਣਾ। ਸੋ ਅਸੀਂ ਇੱਥੋਂ ਇਸ ਨੂੰ ਉਧਰ ਨੂੰ ਲੈ ਕੇ ਜਾਣਾ ਜਿੱਥੇ ਹੁਣ ਅਸੀਂ ਕਿਸੇ ਦੇ ਜੁਮਲੇਬਾਜ਼ੀ 'ਚ ਨਹੀਂ ਆਉਣਾ, ਪਰ ਅਸੀਂ ਆਪਦੇ ਸਟੈਪ, NRI ਭਰਾ ਵੀ ਯੂਨਾਈਟਿਡ ਨੇ ਇਸ ਕੰਮ ਲਈ, ਉੱਥੋਂ ਵਾਲੇ ਵੀ ਯੂਨਾਈਟਿਡ ਨੇ। ਦੇਖੋ ਤੁਸੀਂ ਰੰਗ ਰੂਪ ਇਸ ਰੈਵੋਲੂਸ਼ਨ 'ਚੋਂ ਕੀ ਨਿਕਲਣ ਲੱਗਿਆ ਕਿ ਅਸੀਂ ਹੁਣ ਜੁਮਲੇਬਾਜ਼ੀ ਤੋਂ ਨਿਕਲ ਕੇ ਐਕਸ਼ਨ ਵੱਲ ਜਾਵਾਂਗੇ। ਸੋ ਤੁਸੀਂ ਕੰਟੀਨਿਊ ਕਰੋ। ਹਾਂ, ਸੋ ਕਹਿਣ ਦਾ ਮਤਲਬ ਇਹ ਹੈ ਕਿ ਪ੍ਰਵਾਸੀ ਜੋ ਨੇ ਉੱਥੇ ਆਮ ਇੱਕ ਸੁਭਾਅ ਬਣਿਆ ਹੋਇਆ ਕਿ ਪ੍ਰਵਾਸੀ ਸਾਨੂੰ ਫੰਡਿੰਗ ਕਰਨਗੇ, ਸਾਡੇ ਫੰਡ ਰੇਜ਼ ਕਰਨਗੇ, ਲੇਕਿਨ ਨਹੀਂ। ਮੈਂ ਇੱਥੇ ਇਹ ਕਹਿਣਾ ਚਾਹਨਾ ਕਿ ਸਾਰੇ ਪ੍ਰਵਾਸੀ ਨੂੰ ਕਿ ਉਹ ਮੱਛੀ ਨਾ ਦਿਓ, ਮੱਛੀ ਫੜਨਾ ਸਿਖਾਓ। ਸੋ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਟ੍ਰੇਨਿੰਗ ਦੀ ਲੋੜ ਆ। ਉੱਥੇ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਟ੍ਰੇਨਿੰਗ ਸੈਂਟਰ ਬਣ ਜਾਵੇ ਕਿ ਆਹ ਤੁਸੀਂ ਫਸਲ ਇਸ ਤਰ੍ਹਾਂ ਬੀਜਣੀ ਹੈ, ਇਹਦੇ ਤੇ ਪਾਣੀ ਘੱਟ ਲੱਗਣਾ, ਆ ਜਿਹੜੀ ਫਲੱਡ ਇਰੀਗੇਸ਼ਨ ਆ ਇਹਨੂੰ ਰੋਕਿਆ ਜਾ ਸਕਦਾ, ਵੇਸਟੇਜ ਆਫ ਵਾਟਰ ਆ। ਔਰ ਕਿਸ ਤਰ੍ਹਾਂ ਇੱਥੇ ਤੁਸੀਂ ਦੇਖੋ ਕੈਲੀਫੋਰਨੀਆ 'ਚ ਅੰਗੂਰ ਏਦਾਂ ਪਹਾੜੀਆਂ ਤੇ ਲਾਤੇ ਉਹਨਾਂ ਨੇ। ਸੋ ਇਹ ਚੀਜ਼ਾਂ ਉੱਥੇ ਬੜੀਆਂ ਸਿੰਪਲ ਆ, ਹੋ ਸਕਦੀਆਂ। ਈਵਨ ਕਿ ਹੁਣ ਦਿੱਲੀ ਦੇ ਵਿੱਚ ਪਤਾ ਲੱਗਾ, ਉਹਨਾਂ ਨੇ ਉਹ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਖੇਤਾਂ ਦੇ ਵਿੱਚ ਉਹ ਲਾਓ ਜਿਹੜੀ ਸੋਲਰ ਪਾਵਰ ਹੈ, ਅਸੀਂ ਤੁਹਾਡੇ ਕੋਲ ਬਿਜਲੀ ਖਰੀਦਾਂਗੇ। ਹੁਣ ਮੈਂ ਇੱਥੇ ਕੈਲੀਫੋਰਨੀਆ 'ਚ ਦੇਖਦਾ
ਇੱਥੇ ਉਹ ਕਈ ਵੇਚੀ ਜਾਂਦੀ ਵਿਕਦੀ ਹੈ, ਬਿਜਲੀ ਵੇਚਦੇ ਨੇ ਇਸ ਤਰ੍ਹਾਂ ਲਾ ਕੇ। ਸੋ ਕਹਿਣ ਦਾ ਮਤਲਬ ਇਹ ਆ ਕਿ ਜੇ ਮਨ ਸਾਫ਼ ਹੋਵੇ, ਨੀਤਾਂ ਸਾਫ਼ ਹੋਣ, ਤਾਂ ਇਹ ਚੀਜ਼ ਬੜੀ ਅੱਛੀ ਹੋ ਸਕਦੀ ਹੈ। ਸੋ ਜਿਸ ਤਰ੍ਹਾਂ ਤੁਸੀਂ ਉਹ ਬਾਲ ਮੁਕੰਦ ਹੋਣ ਦੀ ਗੱਲ ਕੀਤੀ, ਮੈਂ ਦੇਖ ਰਿਹਾ ਸੀ ਤੁਹਾਡੇ MP ਸਾਹਿਬ ਵੀ ਸੀਗੇ ਉੱਥੇ, ਔਰ ਇਹ ਉਹ ਬੜਾ ਅੱਛੀ ਇੱਕ ਸੋਚ ਆ। ਸੋ ਇਸ ਤਰ੍ਹਾਂ ਪ੍ਰਵਾਸੀ ਕੋਈ ਇਸ ਤਰ੍ਹਾਂ ਦੀ ਮੁਹਿੰਮ ਚਲਾਉਣ, ਔਰ ਇਸ ਤਰ੍ਹਾਂ ਟ੍ਰੇਨਿੰਗ ਸੈਂਟਰ, ਔਰ ਇਸ ਤਰ੍ਹਾਂ ਦੇ ਕੋਆਪਰੇਟਿਵ ਸੈਕਟਰ, ਇਸ ਤਰ੍ਹਾਂ ਦੀ ਜਿਹੜੇ ਐਗਜ਼ੀਬਿਸ਼ਨ ਉੱਥੇ ਲੱਗੇ, ਇਸ ਤਰ੍ਹਾਂ ਦੇ ਸੈਮੀਨਾਰ ਹੁਣ ਜਿਹੜੇ ਪਿੰਡ ਇੰਨੇ ਅੱਗੇ ਚਲੇ ਗਏ, ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਵਾਸੀ ਸੈਮੀਨਾਰ ਕਰਨ ਕਿ ਆਹ ਦੇਖੋ ਪਿੰਡ ਕਿੰਨੇ ਵਧੀਆ ਬਣ ਗਏ, ਇਸ ਬਿਲਕੁਲ ਸਾਰੀ ਮੇਨਟੇਨੈਂਸ ਦੇਖੋ ਕਿੰਨੀ ਵਧੀਆ ਉਹਨਾਂ ਦੀ। ਸੰਘੇ ਖਾਲਸਾ ਇੱਕ ਪਿੰਡ ਆ, ਉੱਥੇ ਜਾ ਕੇ ਦੇਖੋ ਕਿ ਉਹਨਾਂ ਦੀ ਮੇਨਟੇਨੈਂਸ ਕਿੰਨੀ ਕਮਾਲ ਆ, ਔਰ ਪਿੰਡ 'ਚ ਪ੍ਰੇਮ ਕਿੰਨਾ। ਔਰ ਸੋ ਇਹ ਚੀਜ਼ਾਂ ਨੇ ਕਿ ਉਹ ਆਪਾਂ ਇਹ ਜਿਹੜੀ ਕੋਆਪਰੇਟਿਵ ਸੈਕਟਰ ਨੂੰ ਅੱਗੇ ਕਰੀਏ, ਔਰ ਇਹ ਜਿਹੜੇ ਇੰਡੀਆ ਦੇ ਵਿੱਚ ਕਾਫੀ ਪ੍ਰੋਜੈਕਟ ਜਿਹੜੇ ਨੇ ਉਹ ਰਲ ਕੇ ਚੱਲ ਰਹੇ ਨੇ। ਸਿਰਫ ਹਰ ਪਿੰਡ ਦੇ ਵਿੱਚ ਗੰਦੀ ਜਿਹੜੀ ਰਾਜਨੀਤੀ ਹੈ ਉਹਨੇ ਇੰਨੀ ਨੈਗੇਟਿਵਿਟੀ ਫੈਲਾਤੀ, ਧੜੇਬੰਦੀ, ਗੁੱਟਬੰਦੀ, ਜਾਤੀਵਾਦ, ਇਹ ਇੰਨਾ ਕਰ ਦਿੱਤਾ ਕਿ ਬੰਦੇ ਨੂੰ ਉਲਝਾਤਾ, ਉਹਨਾਂ ਨੂੰ ਡਿਵੈਲਪਮੈਂਟ ਵੱਲ ਜਾਣ ਹੀ ਨਹੀਂ ਦਿੱਤਾ। ਔਰ ਇਹ ਜਿਹੜੀ ਜੁਮਲੇਬਾਜ਼ੀ, ਬਿਲਕੁਲ ਠੀਕ ਕਹਿ ਰਹੇ ਗਰੇਵਾਲ ਸਾਹਿਬ, ਇਹ ਜਿਹੜੀ ਜੁਮਲੇਬਾਜ਼ੀ ਹੁਣ ਨਾ ਚੱਲੂਗੀ। ਔਰ ਹੁਣ ਇਹ ਜਿਸ ਤਰ੍ਹਾਂ ਖੜੇ ਹੋ ਗਏ ਨੌਜਵਾਨ, ਅਸੀਂ ਸ਼ਾਬਾਸ਼ ਦਿੰਦੇ ਹਾਂ ਇਹਨਾਂ ਨੂੰ, ਹਯਾਤੀ ਔਰ ਇਹਨਾਂ ਨੂੰ ਜੋਸ਼ ਔਰ ਹੋਸ਼ ਨਾਲ ਲੱਗਣ ਔਰ ਸਹੀ ਪਾਸੇ ਚੱਲੇ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਲੇਟੈਸਟ ਧਰਮ ਹੈ ਸਿੱਖ ਧਰਮ, ਅਜੇ ਤਾਂ 500 ਸਾਲ ਵੀ ਨਹੀਂ ਹੋਏ। ਔਰ ਇਹਨਾਂ ਧਰਮ ਦਾ ਉਹ ਕੀਤਾ ਕੀ ਆ, ਉਹ ਸਾਰੀ ਨਫ਼ਰਤ ਫੈਲਾਤੀ, ਨੈਗੇਟਿਵਿਟੀ। ਔਰ ਜਿਹੜੀ ਨੈਗੇਟਿਵਿਟੀ ਆ ਉਹ ਇੰਨੀ ਆ ਕਿ ਪਿੰਡਾਂ ਦੇ ਵਿੱਚ ਅਸੀਂ 50 ਸਾਲ ਬਾਅਦ ਸਾਰਿਆਂ ਦੇ ਬਜ਼ੁਰਗਾਂ ਨੇ ਦੇਖਿਆ ਕਿੰਨਾ ਪ੍ਰੇਮ ਸੀ, ਕਿੰਨਾ ਸਦਭਾਵਨਾ ਸੀ, ਕਿੰਨੀ ਆਪਸੀ ਭਾਈਚਾਰਾ ਸੀ, ਸਾਰੀ ਖਤਮ ਹੋ ਗਈ। ਸੋ ਕਹਿਣ ਦਾ ਮਤਲਬ ਉਹ ਇਹ ਹੈ ਕਿ ਸਹੀ ਚੀਜ਼ ਆਊਗਾ, ਸਹੀ ਲੀਡਰ ਆਊਗੀ ਤਾਂ ਇਹ ਬਣੂਗੀ। ਤੇ ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਪਰਦੇਸੀ ਜੀ ਨੂੰ ਕਿ ਸਮਾਂ ਤਾਂ ਤਕਰੀਬਨ ਸਮਾਪਤੀ ਵਾਲਾ ਹੈ, ਉਹ ਆਪਣੇ 2-3 ਮਿੰਟ ਲਈ ਆਪਣਾ ਕੋਈ ਸੰਦੇਸ਼ ਦੇਣ, ਮਾਨਯੋਗ ਪਰਦੇਸੀ ਜੀ। ਵੀਰ ਜੀ, ਮੇਰਾ ਤੇ ਜਿਸ ਤਰੀਕੇ ਨਾਲ ਤੁਸੀਂ ਸ਼ਬਦ ਜਾਂ ਗਰੇਵਾਲ ਸਾਹਿਬ ਨੇ ਗੱਲ ਕੀਤੀ ਹੈ, ਸਾਰਿਆਂ ਨੇ ਆਪੋ ਆਪਣੇ ਸੁਝਾਅ ਦਿੱਤੇ, ਵੀ ਮੈਨੂੰ ਇਹ ਇੱਕ ਆਸ ਨਜ਼ਰ ਆ ਰਹੀ ਹੈ ਵੀ ਜਿਹੜਾ ਇਹ ਸੰਘਰਸ਼ ਸ਼ੁਰੂ ਹੋਇਆ ਜਾਂ ਅੰਦੋਲਨ ਸ਼ੁਰੂ ਹੋਇਆ, ਸਭ ਤੋਂ ਵੱਡੀ ਗੱਲ ਤਾਂ ਜਿਹੜੀ ਸਾਡੇ 'ਚ ਵਿਥਾਂ ਪੈ ਗਈਆਂ ਸੀ ਨਾ, ਸਾਨੂੰ ਰਾਜਨੀਤੀ ਨੇ ਜਿਹੜਾ ਪਾਰਟੀ ਬਾਜੀ 'ਚ ਵੰਡ ਦਿੱਤਾ ਸੀ। ਨੌਜਵਾਨ ਜਿਹੜੇ ਉਹਨਾਂ ਨੂੰ ਕੋਈ ਦਿਸ਼ਾਹੀਨ ਹੋ ਗਏ ਸੀ, ਉਹਨਾਂ ਨੂੰ ਇਹ ਸੰਘਰਸ਼ ਦਿਸ਼ਾ ਦੇ ਕੇ ਜਾ ਰਿਹਾ। ਔਰ ਜਿਸ ਤਰ੍ਹਾਂ ਅੱਗੇ ਨਾ NRI ਜਿਹੜੇ ਲੋਕ ਉੱਥੇ ਜਾਂਦੇ ਸੀ ਤੇ ਕਈਆਂ ਦਾ ਇਹ ਵਿਚਾਰ ਹੁੰਦਾ ਸੀ ਵੀ ਇਹਨਾਂ ਨੂੰ ਛਿੱਲੋ, ਇਹਨਾਂ ਨੂੰ ਵਰਤੋ, ਹੁਣ ਉਹ ਵੀ ਇਹਨਾਂ ਦੀ ਗੱਲ ਸੀ, ਇੱਕ ਨੇੜਤਾ ਆਈ ਆ। ਸੋ ਇਹ ਨੇੜਤਾ ਜਿਹੜੀ ਆ ਇਹ ਸਾਡੇ ਪੰਜਾਬ ਨੂੰ ਬਹੁਤ ਅੱਗੇ ਲੈ ਕੇ ਜਾਏਗੀ। ਹਰਿਆਣਾ ਵੀ ਜਿਸ ਤਰ੍ਹਾਂ ਸਾਡੇ ਨਾਲ ਹੁਣ ਪ੍ਰੇਮ ਪਿਆਰ ਜਿਹੜਾ ਵਰਤ ਰਿਹਾ। ਔਰ ਦੂਸਰੀ ਗੱਲ, ਸਭ ਤੋਂ ਵੱਡੀ ਜਿਹੜੀ ਸਿੱਖ ਕੌਮ ਦੀ, ਸਾਡੀ ਖਾਸ ਕਰ ਪੰਜਾਬ ਦੀ ਜਿਹੜੀ ਪਗੜੀ ਆ ਜਾਂ ਦਸਤਾਰ ਆ, ਇਹ ਵੀ ਜਿੰਨੀਆਂ ਸਰਕਾਰਾਂ ਨੇ ਹਿੰਦੁਸਤਾਨ ਦੇ ਵਿੱਚ ਜਿੰਨਾ ਇਹਦੇ ਤੇ ਨੈਗੇਟਿਵਿਟੀ ਫੈਲਾਈ ਸੀ ਜਾਂ ਇਹਦੇ ਬਾਰੇ ਸਾਡੀ ਪਛਾਣ ਇੱਕ ਅੱਤਵਾਦੀ, ਵੱਖਵਾਦੀ ਤੌਰ ਤੇ ਕਰ ਦਿੱਤੀ ਸੀ, ਇਹਨਾਂ ਨੇ ਪੂਰਾ ਕੋਸ਼ਿਸ਼ ਕੀਤੀ। ਉਹ ਹੁਣ ਸਾਡੇ ਭਾਰਤ ਸਾਰੇ ਦੇ ਵਿੱਚ ਇੱਕ ਤੁਹਾਨੂੰ ਫਿਰ ਸਤਿਕਾਰ ਮਿਲਣਾ ਸ਼ੁਰੂ ਹੋਏਗਾ ਵੀ ਇੱਕ ਉਹੀ ਲੋਕ ਨੇ ਜਿਹੜੇ ਆਜ਼ਾਦੀ ਵੇਲੇ ਵੀ ਅੱਗੇ ਸੀ ਤੇ ਹੁਣ ਫੇਰ ਅੱਗੇ ਆ, ਵੀ ਜਦੋਂ ਵੀ ਦੇਸ਼ ਤੇ ਕੋਈ ਭੀੜ ਪੈਂਦੀ ਹੈ ਤੇ ਸਭ ਤੋਂ ਅੱਗੇ ਆਉਂਦੇ ਨੇ। ਔਰ ਲੋਕ ਵੀ ਹੁਣ ਫੇਰ ਇਕੱਠੇ ਹੋਣਗੇ, ਕਿਉਂਕਿ ਹੁਣ ਰਾਜਨੀਤਿਕ ਲੋਕਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਵੀ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਪਾੜਾ ਪਾਉਣ। ਸੋ ਬਿਲਕੁਲ ਸਮਝਦਾਰ ਹੋ ਚੁੱਕੇ ਆ ਜੀ ਲੋਕ। ਜਵਾਨੀ ਅੱਜ ਤੁਰ ਪਈ ਆ, ਜਦੋਂ ਜਵਾਨੀ ਚੱਲ ਪੈਂਦੀ ਆ ਤੇ ਫਿਰ ਉਹਨੂੰ ਹੜ੍ਹ ਦੀ ਤਰ੍ਹਾਂ ਹੁੰਦੀ, ਫਿਰ ਉਹਨਾਂ ਨੂੰ ਡੱਕੇ ਲਾਉਣੇ ਔਖੇ ਹੋ ਜਾਂਦੇ ਨੇ। ਪਰ ਅੱਜ ਸਹੀ ਦਿਸ਼ਾ ਵੱਲ। ਔਰ ਦੂਸਰੀ ਜਿਹੜੀ ਗੱਲ ਆ ਵੀ ਜਿਸ ਤਰ੍ਹਾਂ ਸਾਡੇ ਕਲਚਰ ਇੱਕ ਚੱਲ ਪਿਆ ਸੀ ਗੀਤਾਂ ਦਾ, ਬਹੁਤ ਘਟੀਆ ਗੀਤ ਸੀ, ਪਰ ਅੱਜ ਜਿਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੇ ਔਰਤ ਨੂੰ ਸਤਿਕਾਰ ਦਿੱਤਾ ਵਾ, ਲੜਕੀਆਂ ਨੂੰ, ਭੈਣਾਂ ਨੂੰ, ਉਹਦੇ ਨਾਲ ਇੱਕ ਸਾਨੂੰ ਇੱਕ ਨਵੀਂ ਜਿਹੜੀ ਉਹ ਆਸ ਨਜ਼ਰ ਆਈ ਆ ਵੀ ਪੰਜਾਬ ਫਿਰ ਉਹ ਗੁਰੂਆਂ ਦੀ ਧਰਤੀ, ਪੀਰਾਂ ਦੀ, ਜਿੱਥੇ ਹਰ ਇੱਕ ਦਾ ਸਤਿਕਾਰ ਹੁੰਦਾ ਸੀ, ਦੁਸ਼ਮਣਾਂ ਵਾਸਤੇ ਵੀ ਪਿਆਰ ਸਤਿਕਾਰ ਸੀ। ਭਾਈ ਕਨ੍ਹਈਆ ਜੀ ਦੀ ਐਗਜ਼ਾਮਪਲ ਉਹ ਇੱਕ ਵਾਰ ਫਿਰ ਜਿਹੜੀ ਆ ਉਹ ਅੱਜ ਫਿਰ ਸਾਬਤ ਹੋਏ ਆ। ਸੋ ਪ੍ਰਮਾਤਮਾ ਕਿਰਪਾ ਕਰੇ, ਅਰਦਾਸ ਕਰਦੇ ਆ। ਇਹ ਸੰਘਰਸ਼ ਮੈਂ ਤਾਂ ਕਹਿੰਦਾ ਵਾ ਮੋਦੀ ਨੇ ਬੜਾ ਵਧੀਆ ਕੀਤਾ ਵਾ ਵੀ ਸਾਨੂੰ ਇਕੱਠੇ ਹੋਣ ਦਾ ਇੱਕ ਮੌਕਾ ਮਿਲ ਗਿਆ, ਨਹੀਂ ਤੇ ਹੋ ਸਕਦਾ ਅਸੀਂ ਲੜਦੇ ਹੀ ਰਹਿੰਦੇ, ਆਪਸ ਵਿੱਚ ਹੀ ਵੰਡੇ ਰਹਿੰਦੇ। ਸੋ ਮੈਂ ਤੇ ਇਹੋ ਹੀ ਕਹਿ ਸਕਦਾ। ਹਾਂਜੀ, ਬਿੱਲੀ ਬਾਹਰ ਆ ਜੀ ਥੈਲੇ ਚੋਂ, ਜਿਹੜੇ ਜੁਮਲੇਬਾਜ਼ ਸੀ। ਹਾਂ, ਬਿੱਲੀ ਗੱਲ ਸੁਣੋ ਜੀ, ਬਿੱਲੀ ਦੇ ਬੜੀ ਦੇਰ ਦੀ ਬਾਹਰ ਹੀ ਸਿਰਫ ਧੌਣ ਕੱਢਦੀ ਸੀ ਤੇ ਬਾਕੀ ਸਾਰਾ ਪਿੱਛਾ ਵੀ ਰੱਖਦੀ ਹੁੰਦੀ ਸੀ, ਪਰ ਹੁਣ ਬਿੱਲੀ ਸਾਰੀ ਬਾਹਰ ਆ ਗਈ। ਹਾਂਜੀ ਹਾਂਜੀ। ਤੇ
ਉਹ ਹੁਣ ਅਸਲ ਵਿੱਚ ਬਿੱਲੀ ਤੇ ਦਿੱਲੀ ਦੋਨੇ ਇੱਕੋ ਜਿਹੇ ਨੇ, ਇਹਨਾਂ ਦਾ ਸੁਭਾਅ ਇੱਕੋ ਜਿਹਾ ਹੀ ਆ। ਹਾਂਜੀ, ਤੇ ਇੱਕ ਬਿੱਲੀ ਜਿਹੜੀ ਆ ਖਾਸ ਕਰ ਦਿੱਲੀ ਨੇ ਹਮੇਸ਼ਾ ਹੀ ਜਿਹੜਾ ਰਾਜ ਕੀਤਾ ਵਾ ਬੇਈਮਾਨੀ ਨਾਲ ਕੀਤਾ ਵਾ, ਮਤਲਬ ਸਹੀ ਤਰੀਕੇ ਨਾਲ ਨਹੀਂ ਕੀਤਾ, ਔਰ ਉਹਦਾ ਖਮਿਆਜਾ ਸਾਡੇ ਪੰਜਾਬ ਦੇ ਲੋਕਾਂ ਨੂੰ ਬਹੁਤ ਭੁਗਤਣਾ ਪਿਆ। ਔਰ ਰੜਕਦੇ ਵੀ ਇਹੋ ਹੀ ਆ ਦਿੱਲੀ ਨੂੰ, ਵੀ ਇਹੋ ਹੀ ਅੜਦੇ ਨੇ। ਹਾਂਜੀ, ਤੇ ਬਾਕੀ ਬਹੁਤ ਮਿਹਰਬਾਨੀ ਜੀ, ਅੱਜ ਕਾਫੀ ਜ਼ਿਆਦਾ ਟਾਈਮ ਮਿਲਿਆ। ਜਦੋਂ ਕਵੀ ਲੱਗਿਆ ਹੋਇਆ ਤੇ ਫਿਰ ਉਹਨੂੰ ਹਟਾਉਣਾ ਬੜਾ ਔਖਾ ਹੋ ਜਾਂਦਾ, ਕਿਉਂਕਿ ਮਾਈਕ ਦਾ ਇੱਕ ਇਹੋ ਜਿਹਾ ਸਵਾਦ ਹੈ ਜਾਂ ਚਸਕਾ ਆ ਵੀ ਇਹ ਮੁੜ ਕੇ ਫੜ ਲਾਉਣੇ ਪੈਂਦੇ ਨੇ। ਹਾਂਜੀ, ਇੱਕ ਵਾਰ ਮੈਂ ਨਾ ਤੁਹਾਨੂੰ ਨਿੱਕੀ ਜਿਹੀ ਗੱਲ ਕਰਦਾ ਵੀ ਕਵੀਆਂ 'ਚ ਗਿਆ ਤੇ ਕਵੀਆਂ ਨੇ ਬੜਾ ਬੋਰ ਕੀਤਾ ਲੋਕਾਂ ਨੂੰ, ਤੇ ਮੈਨੂੰ ਵੀ ਉਹਨਾਂ ਉੱਤੇ ਝਾੜਦਾ, ਕਹਿੰਦੇ ਪਰਦੇਸੀ ਕੋਈ ਗੱਲ ਸੁਣਾ ਫਟਾਫਟ ਵੀ ਕਵੀ ਬੋਰ ਬੜੇ ਕਰਦੇ। ਤੇ ਮੈਂ ਉਹ ਜਿਹੜਾ ਕਵੀ ਸੀ ਉਹਦੇ ਹਿਸਾਬ ਨਾਲ ਕਿਹਾ ਵੀ ਕਵੀਆਂ 'ਚ ਗਿਆ ਪਿਆ ਕੁਛ ਵੀ ਨਾ ਪੱਲੇ, ਤੇ ਕੁਝ ਲੰਘ ਗਿਆ ਉੱਤੋਂ ਦੀ ਤੇ ਕੁਝ ਰਹਿ ਗਿਆ ਥੱਲੇ। ਸਟੇਜ ਉੱਤੇ ਇੱਕ ਵਾਰ ਜਾਂਦੇ ਜਦੋਂ ਆਹ ਦੂਜਿਆਂ ਦਾ ਵੀ ਸਮਾਂ ਜਾਂਦੇ ਫਿਰ ਖਾ, ਤੇ ਕਈ ਕਹਿੰਦੇ ਵਾਹ ਵਾਹ, ਤੇ ਬਹੁਤੇ ਕਹਿੰਦੇ ਹੁਣ ਥੱਲੇ ਜਾ ਜਾ ਜਾ, ਤੇ ਹੁਣ ਮੈਨੂੰ ਵੀ ਥੱਲੇ ਜਾਣਾ ਚਾਹੀਦਾ ਵਾ। ਹਾਂਜੀ, ਤੇ ਹਾਂਜੀ ਗਰੇਵਾਲ ਸਾਹਿਬ। ਉਹਦਾ ਇੱਕ ਹੋਰ ਵੀ ਹੈ ਨਾ, ਕਹਿੰਦੇ ਕਿ ਆਪਾਂ ਧਾਰਮਿਕ ਗੀਤ ਜਾਂ ਧਾਰਮਿਕ ਅੱਜ ਚਲੋ ਸ਼ਬਦ ਨਾਲ ਸ਼ੁਰੂ ਕੀਤਾ, ਪਰ ਹੁਣ ਜੇ ਐਂਡ ਕਰਨਾ ਤਾਂ ਕਹਿੰਦੇ ਤੁਹਾਨੂੰ ਛੱਪੜ ਦੇ ਕੰਢੇ ਸਿੰਘਾਂ ਡੱਡੂ ਮਾਰਿਆ, ਤੁਹਾਨੂੰ ਗੁਰੂ ਨਾਨਕ ਜੀ ਨੇ ਜੱਗ ਤਾਰਿਆ। ਆਪਣੇ ਵੇਖੋ ਸ਼ਹਿਰਾਂ ਦਾ ਅੰਦਾਜ਼ ਹੈ ਨਾ, ਜਿਸ ਤਰੀਕੇ ਨਾਲ ਮਰਜ਼ੀ ਬੰਦਾ ਚਾਹਵੇ। ਸੋ ਵੀਰ ਜੀ ਅੱਜ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗਰੇਵਾਲ ਸਾਹਿਬ। ਮੈਂ ਤਾਂ ਤੁਹਾਨੂੰ ਇੱਕ ਸਵਾਲ ਕਰਨਾ ਸੀ ਕਿ ਤੁਸੀਂ ਤੇ ਹਾਰਮੋਨੀਅਮ ਵਜਾਉਣ ਦੇ ਹੋ, ਤੇ ਹਾਰਮੋਨੀਅਮ ਤੇ ਮੈਂ ਵੀ ਰੱਖਿਆ, ਤੇ ਸਾਡੇ ਤੇ ਘਰਦਿਆਂ ਚੁੱਕ ਕੇ ਥੱਲੇ ਬੇਸਮੈਂਟ 'ਚ ਰੱਖਤਾ। ਤੁਸੀਂ ਫਿਰ ਕਿਹਾ ਨਾ ਪਹਿਲਾਂ, ਤੁਸੀਂ ਹੁਣ ਭੇਦ ਖੋਲ ਚੁੱਕੇ ਵੀ ਉਧਰ ਮੈਡਮ ਪਰੇ ਕਹਿੰਦੇ ਕਮਰੇ 'ਚ ਸੁੱਤੇ ਪਏ ਨੇ, ਮੈਂ ਜ਼ਿਆਦਾ ਖੌਰੂ ਨਾ ਪਾਵਾਂ, ਹੋਰ ਨਾ ਕਹਿੰਦੇ ਸਾਰਾ ਕੁਝ ਬੰਦ ਕਰ ਦਿਓ। ਮੈਂ ਤਾਂ ਇਹ ਤੇ ਕਹਿਣਾ। ਔਰ ਇੱਕ ਗੱਲ ਹੋਰ, ਮੈਨੂੰ ਇੱਕ ਦਿਨ ਗਰੇਵਾਲ ਸਾਹਿਬ ਬੰਦਾ ਕਹਿੰਦਾ ਯਾਰ ਪਰਦੇਸੀ ਤੂੰ ਗੱਲਾਂ ਤੇ ਬੜੀਆਂ ਕਰਦਾ, ਕੋਈ ਉਪਦੇਸ਼ ਦੇ ਜਿਹੜਾ ਬਾਬੇ ਦਿੰਦੇ ਆ, ਤੇ ਉਹ ਮੈਂ ਫਿਰ ਇਹ ਉਪਦੇਸ਼ ਦਿੱਤਾ ਵੀ ਬੀਵੀ ਗਰਮ ਹੋਵੇ ਚੁੱਪ ਬਹਿ ਜਾਈਦਾ। ਬੀਵੀ ਗਰਮ ਹੋਵੇ ਚੁੱਪ ਬਹਿ ਜਾਈਦਾ, ਜਦੋਂ ਨਰਮ ਹੋਵੇ ਕੁਝ ਕਹਿ ਜਾਈਦਾ, ਗਰਮ ਤਵੇ ਤੇ ਪਾਣੀ ਸੁੱਟੀਏ ਕਰ ਜਾਂਦਾ ਏ ਛੂੰ, ਓਏ ਉੱਥੇ ਲੜਾਈ ਨਹੀਂ ਜੋ ਹੁੰਦੀ, ਦੋਵਾਂ ਚੋਂ ਇੱਕ ਬੰਦ ਕਰ ਲੈ ਮੂੰਹ। ਹਾਂਜੀ, ਹੁਣ ਪਤਾ ਨਹੀਂ ਸੰਦੇਸ਼ ਕਿਹੋ ਜਿਹਾ ਮੇਰਾ, ਮੈਨੂੰ ਨਹੀਂ ਪਤਾ, ਪਰ ਮੈਂ ਕਹਿ ਦਿੰਦਾ ਹੁੰਦਾ। ਹਾਂਜੀ, ਨਹੀਂ, ਆਰਟ ਆਫ ਲਿਵਿੰਗ ਦਾ ਬੜਾ ਵਧੀਆ ਜਿਹੜਾ ਤੁਸੀਂ ਇਹ ਤੁਸੀਂ ਦੱਸਿਆ, ਇਹ ਨਸੀਹਤ ਆ। ਤੇ ਹੁਣ ਆਪਣਾ ਸਮਾਂ ਹੋ ਗਿਆ ਜੀ, ਔਰ ਬੜਾ ਚੰਗਾ ਲੱਗਾ ਕਿ ਸਾਰੇ ਰੰਗ ਵੀ ਪੇਸ਼ ਹੋਏ ਆ, ਔਰ ਜਿਸ ਤਰ੍ਹਾਂ ਅਸੀਂ ਗੁਰੂ ਸਾਹਿਬਾਨਾਂ ਦਾ ਊਟ ਆਸਰਾ ਲਿਆ, ਇਹ ਇੱਕ ਧਾਰਮਿਕ ਗੀਤ ਨਾਲ ਸ਼ੁਰੂ ਕੀਤਾ, ਤੇ ਮਨ ਨੂੰ ਬੜਾ ਸਕੂਨ ਮਿਲਿਆ। ਸਾਰਿਆਂ ਦਾ ਬੜੇ ਅੱਛੇ ਅੱਛੇ ਵਿਚਾਰ ਆਏ, ਔਰ ਵਤਨ ਦੇ ਫਿਊਚਰ ਲਈ ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਕੁਛ ਉਦਮ ਕੀਤੇ ਆ, ਉਹ ਵੀ ਮਨ ਬੜਾ ਖੁਸ਼ ਹੋਇਆ ਕਿ ਸਾਨੂੰ ਉਹ ਪੁਰਾਣਾ ਪੰਜਾਬ ਹੀ ਮਿਲ ਜਾਵੇ ਜਿਹੜਾ 50 ਸਾਲ ਪਹਿਲਾਂ ਅਸੀਂ ਬਜ਼ੁਰਗਾਂ ਦੇ ਜਦੋਂ ਖੇਡਦੇ ਹੁੰਦੇ ਸੀ, ਕਿੰਨਾ ਪਿਆਰ ਹੁੰਦਾ ਸੀ, ਤੇ ਉਹ ਸਾਨੂੰ ਪੁਰਾਣਾ ਪੰਜਾਬ ਹੀ ਮਿਲ ਜਾਵੇ। ਔਰ ਉਹ ਸਾਨੂੰ ਉਹੀ ਆਸ ਆ। ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਜਿਹੜੀ ਸਾਡੀ ਟੈਕਨੀਕਲ ਟੀਮ ਹੈ, ਉਗੀ ਸਾਹਿਬ ਔਰ ਜਿਹੜੇ ਸਾਡੇ ਅਮਰਜੀਤ ਜੀ, ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ। ਗਰੇਵਾਲ ਸਾਹਿਬ ਦਾ ਬਹੁਤ ਧੰਨਵਾਦ ਆ, ਸਾਡੇ ਪਰਦੇਸੀ ਜੀ ਦਾ ਬੜਾ ਧੰਨਵਾਦ ਆ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਰੇ ਮੇਰੀ ਆਵਾਜ਼ ਸੁਣ ਰਹੀ ਤੁਹਾਨੂੰ? ਹਾਂਜੀ ਹਾਂਜੀ ਆ ਰਹੀ ਹੈ ਜੀ। ਟੂਰ ਸਾਹਿਬ ਏਦਾਂ ਵੀ ਤੀਜਾ ਕਵੀ ਸੰਮੇਲਨ ਮੇਰੀ ਆਵਾਜ਼ ਤਾਂ ਨਹੀਂ ਰਿਪੀਟ ਹੋ ਰਹੀ? ਨਹੀਂ ਰਿਪੀਟ ਨਹੀਂ ਹੋ ਰਹੀ। ਠੀਕ ਹੈ ਜੀ, ਤੀਜਾ ਕਵੀ ਸੰਮੇਲਨ ਆ ਜੀ, ਤੇ ਜਿਹੜੇ ਤੁਸੀਂ ਕਵਿਤਾ ਕਰ ਰਹੇ ਸੀ, ਮੈਂ ਵੀ ਇੱਕ ਕਵਿਤਾ ਲਿਖੀ, ਥੋੜੀ ਸ਼ੇਰ ਲਿਖਿਆ। ਇਰਸ਼ਾਦ ਤੇ ਮੈਂ ਕਿਹਾ ਵੀ ਕਹਿੰਦੇ ਨੇ ਰੰਗ ਚੜ ਜਾਂਦਾ, ਤੇ ਮੈਂ ਉਹ ਲਿਖਿਆ, ਜੇ ਤੁਹਾਨੂੰ ਪਸੰਦ ਆਵੇ ਤਾਂ ਦੱਸਿਓ। ਹਾਂਜੀ ਹਾਂਜੀ, ਇਰਸ਼ਾਦ ਜੀ ਇਰਸ਼ਾਦ। ਇਹ ਪਹਿਲਾ ਸ਼ੇਰ ਹੈ ਜੀ ਮੇਰੀ ਲਾਈਫ ਦਾ, ਤੇ ਇਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ। ਆਹਾ, ਕੀ ਬਾਤ ਹੈ। ਅੱਛਾ ਜੀ, ਸ਼ੇਰ ਹੈਗਾ, ਹਾਂਜੀ ਲਿਖਦੇ ਰਹੇ। ਅੱਛਾ ਜੀ, ਸ਼ੇਰ ਹੈਗਾ, ਦੂਰ ਸੀ ਜੋ ਅੱਖੀਆਂ ਤੋਂ ਬਹੁਤ, ਦੂਰ ਸੀ ਜੋ ਅੱਖੀਆਂ ਤੋਂ ਕਰੀਬ ਹੋ ਗਿਆ। ਆਹਾ, ਖਤ ਇੱਕ ਵੀ ਨਾ ਲਿਖਿਆ ਸੱਜਣ ਪਿਆਰੇ, ਪਰ ਮੇਰੇ ਚਸ਼ਮੇ ਦਾ ਨੰਬਰ ਮਸ਼ਹੂਰ ਹੋ ਗਿਆ। ਉਡੀਕਦਿਆਂ ਉਮਰ ਲੰਘੀ, ਵਾਲਾਂ ਦਾ ਰੰਗ ਸਫੇਦ ਕਰੂਰ ਹੋ ਗਿਆ। ਵੇਖੋ ਸੱਜਣ ਆਏ ਮਿਲਣ ਉਸ ਵੇਲੇ, ਜਦੋਂ ਆਖਰੀ ਸਾਹ ਵੀ ਸਾਡੇ ਤੋਂ ਦੂਰ ਹੋ ਗਿਆ। ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ। ਸੋ ਇਹ ਰੰਗ ਵੀ ਬੜੀਆ ਪੇਸ਼ ਕੀਤਾ ਜੀ ਅਮਰਜੀਤ ਹੋਣਾ ਨੇ। ਸੋ ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਨਹੀਂ, ਇਹ ਕਈ ਰੰਗ ਹੋ ਕੇ ਗੁਲਦਸਤਾ ਬਣਦਾ ਜੀ, ਤਾਂ ਹੀ ਗੁਲਦਸਤਾ ਸੋਹਣਾ ਲੱਗਦਾ। ਪਿਆਰ ਦੀ ਬਾਈ।
ਧੰਨਵਾਦ ਭਾਜੀ, ਧੰਨਵਾਦ ਜੀ ਸਾਰਿਆਂ ਦਾ। ਸੋ ਸਾਰਿਆਂ ਦਾ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਸਭ ਨੂੰ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ।